ਹੈਲੋ ਦੋਸਤੋ, ਅੱਜ ਆਪਾਂ ਗੱਲ ਕਰਨੀ ਆ 24 ਅਪ੍ਰੈਲ। ਵੈਸੇ ਇਹਦੇ ਬਾਰੇ ਆਲਰੇਡੀ ਆਪਾਂ ਵੀਡੀਓ ਪਾਈ ਹੋਈ ਆ। 24 ਅਪ੍ਰੈਲ ਹਰ ਸਾਲ ਹੁੰਦਾ ਨੈਸ਼ਨਲ ਪੰਚਾਇਤੀ ਰਾਜ ਡੇ, ਕਿਉਂਕਿ ਆਪਣੇ ਐਗਜ਼ਾਮ ਦੇ ਵਿੱਚ ਇੰਪੋਰਟੈਂਟ ਡੇਜ਼ ਐਂਡ ਈਵੈਂਟਸ ਪੁੱਛੇ ਜਾਂਦੇ ਆ ਔਰ ਇਹ ਵੈਸੇ ਵੀ ਕਰੰਟ ਦੇ ਪੁਆਇੰਟ ਆਫ ਵਿਊ ਤੋਂ ਬੜਾ ਇੰਪੋਰਟੈਂਟ ਟੌਪਿਕ ਆ। ਨਾਲ ਹੀ ਆਪਣਾ ਪੋਲਿਟੀ ਦੇ ਵਿੱਚ ਆਉਂਦਾ ਪੰਚਾਇਤੀ ਰਾਜ ਸਿਸਟਮ ਇਨ ਇੰਡੀਆ, ਸਪੈਸ਼ਲ ਤੌਰ 'ਤੇ ਸਿਲੇਬਸ ਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਹੋਈ ਆ, ਤਾਂ ਕਰਕੇ ਇਹਨੂੰ ਆਪਾਂ ਡਿਸਕਸ ਕਰ ਰਹੇ ਹਾਂ। ਤਾਂ ਬੱਚੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ, ਔਰ ਜਿਹੜੇ ਚੈਨਲ ਦੇ ਉੱਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਨੋਟੀਫਿਕੇਸ਼ਨ ਔਨ ਕਰ ਲਓ। ਤਾਂ ਇਹਨਾਂ ਦੀ PDF ਵਗੈਰਾ ਜਾਂ ਫਿਰ ਹੋਰ ਜਿਹੜਾ ਵੀ ਸ਼ਡਿਊਲ ਅਪਡੇਟ ਕੀਤਾ ਜਾਂਦਾ ਉਹ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਪਰ ਕੀਤਾ ਜਾਂਦਾ, ਉਹਨੂੰ ਤੁਸੀਂ ਜੁਆਇਨ ਕਰਨਾ ਜ਼ਰੂਰ। ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਜਾਊਗਾ। ਤਾਂ ਬਿਨਾਂ ਕਿਸੇ ਦੇਰੀ ਤੋਂ ਅੱਜ ਆਪਣਾ ਟੌਪਿਕ ਹੈ ਜਿਹੜਾ ਸਟਾਰਟ ਕਰਦੇ ਹਾਂ। ਤਾਂ ਦੇਖੋ, ਅੱਜ 24 ਅਪ੍ਰੈਲ ਨੈਸ਼ਨਲ ਪੰਚਾਇਤੀ ਰਾਜ ਡੇ ਹਰ ਸਾਲ ਹੀ ਹੁੰਦਾ। ਤਾਂ 24 ਅਪ੍ਰੈਲ ਹਰ ਸਾਲ ਹੁੰਦਾ ਇਹ। ਦਿਸ ਈਅਰ ਇਟ ਵਿਲ ਬੀ ਸੈਲੀਬ੍ਰੇਟਡ ਵਿਦਾਊਟ ਐਨੀ ਥੀਮ। ਤਾਂ ਬੱਚੇ ਹੁਣ ਜਿਹੜੀ ਇਸ ਤੋਂ ਪਹਿਲਾਂ 2021 ਦੇ ਵਿੱਚ ਥੀਮ ਸੀਗੀ ਉਹ ਤੁਸੀਂ ਦੱਸਣੀ ਹੈ ਕਮੈਂਟ ਕਰਕੇ ਵੀ ਉਹ ਕਿਹੜੀ ਸੀ। ਤਾਂ ਆ ਤਾਂ ਰਹੀ ਆਪਣੀ ਹੁਣ ਕਰੰਟ ਦੀ ਗੱਲ। ਜਿਨ੍ਹਾਂ ਨੇ ਇਕੱਲਾ ਡੇ ਤੱਕ ਸੀਮਿਤ ਰਹਿਣਾ ਸੀ ਉਹਨਾਂ ਦੇ ਲਈ ਬਸ ਕਰੰਟ ਦਾ ਇੰਨਾ ਟੌਪਿਕ ਕਾਫੀ ਆ ਵੀ ਨੈਸ਼ਨਲ ਪੰਚਾਇਤੀ ਰਾਜ ਡੇ। ਤਾਂ ਤਕਰੀਬਨ ਤੁਸੀਂ 5 ਮਿੰਟ ਦੀ ਵੀਡੀਓ ਹੋਰ ਦੇਖ ਲੈਣੀ, ਤੁਹਾਨੂੰ ਪਤਾ ਲੱਗ ਜੂ ਵੀ ਇਹ ਕਦੋਂ ਤੋਂ ਆਪਾਂ ਕਰ ਰਹੇ ਹਾਂ। ਓਕੇ, ਤਾਂ ਇਹ ਤੋਂ ਬਿਨਾਂ ਵੀ ਜਿਹੜੇ ਬੱਚੇ ਜ਼ਿਆਦਾ ਡੈਪਥ ਦੇ ਵਿੱਚ ਪੜ੍ਹਨਾ ਚਾਹੁੰਦੇ ਨੇ ਤਾਂ ਉਹ ਅੱਗੇ ਦੇਖ ਸਕਦੇ ਆ। ਨੈਸ਼ਨਲ ਪੰਚਾਇਤੀ ਰਾਜ ਡੇ ਦੇ ਬਾਰੇ ਹੁਣ ਆਪਾਂ ਕੁਝ ਕੁ ਫੈਕਟ ਗੱਲ ਕਰਨੀ ਆ। ਦੇਖੋ, ਇੱਕ ਆਪਣੇ ਸੰਵਿਧਾਨ ਦੇ ਵਿੱਚ ਹੋਈ 73ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ, ਯਾਨੀ ਕਿ ਇਹਨੂੰ ਤੁਸੀਂ ਲਿਖ ਸਕਦੇ ਹੋ 73ਵੀਂ CAA। ਜੇ ਤਾਂ ਇੱਥੇ ਮੈਂ CAB ਲਿਖ ਦਿੰਦਾ ਤਾਂ ਉਹ ਕੌਂਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਹੁੰਦਾ। ਜਦੋਂ ਪਾਸ ਹੋ ਕੇ ਐਕਟ ਬਣ ਜੇ ਦੈਨ ਅਸੀਂ ਲਿਖਦੇ ਹਾਂ CAA, ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ। ਤਾਂ ਇਹ ਹੋਇਆ ਸੀ 1992 ਦੇ ਵਿੱਚ। ਤਾਂ ਇਹ ਦੋ ਅਮੈਂਡਮੈਂਟ ਹੋਈਆਂ ਸੀਗੀਆਂ, ਇੱਕ 73ਵੀਂ ਹੋਈ ਸੀ, ਇੱਕ ਹੋਈ ਸੀ ਇਸ ਤੋਂ ਬਾਅਦ 74ਵੀਂ। ਅਤੇ ਦੋਨੇ ਬੜੀਆਂ ਇੰਪੋਰਟੈਂਟ ਨੇ ਬੱਚੇ। ਦੇਖੋ, ਇਹਦੇ ਲਈ ਮੈਂ ਇੱਕ ਸੈਪਰੇਟ ਵੀਡੀਓ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਕਵਰ ਕਰਵਾਇਆ ਵਾ, UPSC ਲੈਵਲ ਤੱਕ ਦਾ ਟੱਚ ਕਰਦਾ। ਆਪਣੇ ਚੈਨਲ 'ਤੇ ਪਲੇਲਿਸਟ ਦੇ ਵਿੱਚ ਵੀਡੀਓ ਤੁਸੀਂ ਦੇਖ ਸਕਦੇ ਹੋ, ਜਾਂ ਫਿਰ ਪੰਚਾਇਤੀ ਰਾਜ ਸਿਸਟਮ ਇਨ ਇੰਡੀਆ ਤੁਸੀਂ ਉਹ ਕਰਕੇ ਬਾਏ ਪ੍ਰੀਤ ਐਜੂਕੇਸ਼ਨ ਉਹਨੂੰ ਵੀ ਸਰਚ ਕਰਕੇ ਦੇਖ ਸਕਦੇ ਹੋ। ਤੁਹਾਨੂੰ ਬੜੀ ਡੈਪਥ ਦੇ ਵਿੱਚ ਉਹ ਚੀਜ਼ ਕਰਵਾਈ ਗਈ ਆ। ਤਾਂ ਇਹ ਜਦੋਂ ਲਾਗੂ ਹੋਇਆ ਸੀ ਇਹ 24 ਅਪ੍ਰੈਲ 1993 ਨੂੰ ਹੋਇਆ ਸੀ, ਤਾਂ ਕਰਕੇ ਰੱਖਿਆ ਗਿਆ 24 ਅਪ੍ਰੈਲ। ਹੁਣ ਤੁਹਾਨੂੰ 24 ਅਪ੍ਰੈਲ ਦਾ ਕਲੀਅਰ ਹੋ ਗਿਆ। ਇਹਦੇ ਬਾਰੇ ਬੱਚੇ ਫੈਕਟ ਤਾਂ ਹੋਰ ਵੀ ਕਾਫੀ ਨੇ, ਪਰ ਆਪਾਂ ਬਸ ਇੰਨੀ ਕੀ ਗੱਲ ਕਰਾਂਗੇ। ਆਹ ਦੇਖੋ, ਇੱਕ ਤੁਹਾਨੂੰ ਐਜ਼ ਆ ਫੈਕਟ ਐਡ ਕੀਤਾ, ਅਗਰ ਤੁਸੀਂ ਇਹਨੂੰ ਪੜ੍ਹਨਾ ਚਾਹੋ ਤਾਂ ਪੜ੍ਹ ਸਕਦੇ ਹੋ। ਇੰਡੀਆ ਹੈਜ਼ ਮੋਰ ਦੈਨ 6 ਲੱਖ ਵਿਲੇਜਸ ਵਿਦ ਮੋਰ ਦੈਨ 6000 ਬਲੋਕਸ ਐਂਡ ਮੋਰ ਦੈਨ 750 ਡਿਸਟ੍ਰਿਕਟ ਐਂਡ ਗਵਰਨ ਬਾਈ ਪੰਚਾਇਤ ਰਾਜ ਸਿਸਟਮ ਵਿਚ ਇਜ਼ ਵਨ ਆਫ ਦਾ ਓਲਡੈਸਟ ਗਵਰਨਿੰਗ ਬੋਡੀਜ਼ ਇਨ ਦਾ ਕੰਟਰੀ। ਤਾਂ ਇਹ ਤਾਂ ਇੱਕ ਵੈਸੇ ਫੈਕਟ ਆ, ਐਗਜ਼ਾਮ ਦੇ ਵਿੱਚ ਇਹ ਚੀਜ਼ ਨਹੀਂ ਤੁਹਾਨੂੰ ਆਉਣੀ। ਤਾਂ ਤੁਹਾਨੂੰ ਆ ਅਮੈਂਡਮੈਂਟ ਆ, ਇਹ ਬੜੀ ਇੰਪੋਰਟੈਂਟ ਆ। ਕਦੋਂ ਹੋਈ ਸੀ ਇਹ ਜ਼ਰੂਰੀ ਆ। 24 ਅਪ੍ਰੈਲ ਨੂੰ 1993 ਲਾਗੂ ਹੋਈ, ਇਹ ਤੁਹਾਡੇ ਲਈ ਜ਼ਰੂਰੀ ਆ। ਤਾਂ ਇਹ ਦਿਨ ਕਿਹੜਾ ਡੇ ਮਨਾਇਆ ਜਾਂਦਾ? ਨੈਸ਼ਨਲ ਪੰਚਾਇਤੀ ਰਾਜ ਡੇ। ਇਹ ਤੁਹਾਡੇ ਲਈ ਇੰਪੋਰਟੈਂਟ ਆ। ਤਾਂ ਪਹਿਲੀ ਵਾਰ ਇਹ ਕਦੋਂ ਸੈਲੀਬ੍ਰੇਟ ਕੀਤਾ ਗਿਆ ਸੀ? ਅਪ੍ਰੈਲ 2010 ਦੇ ਵਿੱਚ। ਓਕੇ, ਤਾਂ ਇਸ ਤੋਂ ਬਾਅਦ ਇੱਕ ਫੈਕਟ ਬਣਦਾ, ਕਿਹੜੀ ਸਟੇਟ ਸੀ ਜਿਹਨੇ ਸਭ ਤੋਂ ਪਹਿਲਾਂ ਪੰਚਾਇਤ ਸੀ ਜਿਹੜੀ ਆਪਦੇ ਉੱਥੇ ਇੰਪਲੀਮੈਂਟ ਕੀਤਾ ਸੀ? ਦੈਨ ਇਹਨੂੰ ਸਭ ਤੋਂ ਪਹਿਲਾਂ ਕਰਨ ਵਾਲੀ ਸੀ ਰਾਜਸਥਾਨ ਸਟੇਟ। ਓਕੇ, ਜੇ ਪ੍ਰੈਕਟੀਕਲ ਦੇ ਬੇਸ 'ਤੇ ਦੇਖੀਏ ਬੱਚੇ, ਦੇਖੋ ਇੱਕ ਤਾਂ ਹੁੰਦਾ ਇੱਕ ਸਿੰਪਲ ਤਰੀਕੇ ਦੇ ਨਾਲ ਇਹ ਚੀਜ਼ ਲਾਗੂ ਕਰਨੀ। ਤਾਂ ਉਦੋਂ ਤੁਹਾਨੂੰ ਆਊਗਾ ਵੀ 1959 ਦੇ ਵਿੱਚ ਰਾਜਸਥਾਨ ਬਿਕੇਮ ਦਾ ਫਸਟ ਸਟੇਟ ਜਿੱਥੇ ਇੰਪਲੀਮੈਂਟ ਕੀਤਾ ਗਿਆ। ਪਰ ਜੇ ਤੁਹਾਨੂੰ ਆ ਜੇ ਵੀ ਜਮਾਂ ਪ੍ਰੈਕਟੀਕਲ ਤੌਰ 'ਤੇ ਕੀਤਾ ਗਿਆ ਸੀ, ਫਿਰ ਇਹ ਕਰਿਆ ਗਿਆ ਸੀ ਆਂਧਰਾ ਪ੍ਰਦੇਸ਼ ਦੇ ਵਿੱਚ। ਓਕੇ, ਤਾਂ ਆਂਧਰਾ ਪ੍ਰਦੇਸ਼ ਦੇ ਵਿੱਚ ਯਾਨੀ ਕਿ ਵਿਧੀ ਤਰੀਕੇ ਦੇ ਨਾਲ ਲਾਗੂ ਰਾਜਸਥਾਨ ਦੇ ਵਿੱਚ ਕਰਤਾ ਸੀ। ਪ੍ਰੈਕਟੀਕਲ ਦੇ ਆਧਾਰ 'ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਹੋ ਗਿਆ ਸੀ। ਪਤਾ ਲੱਗ ਗਿਆ ਤੁਹਾਨੂੰ? ਤਾਂ ਪ੍ਰੈਕਟੀਕਲੀ ਤੌਰ 'ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਆ, ਪਰ ਵਿਧੀ ਦੇ ਤਰੀਕੇ ਦੇ ਨਾਲ ਇਹ ਰਾਜਸਥਾਨ ਦੇ ਵਿੱਚ ਹੋਇਆ ਸੀ। ਹੁਣ ਰਾਜਸਥਾਨ ਦੇ ਵੀ ਅੱਗੇ ਤੁਹਾਨੂੰ ਜੇ ਆ ਜੇ ਵੀ ਹਾਂ ਡੈਪਥ ਦੇ ਵਿੱਚ ਹੀ ਜਾਣਾ ਅਗਲੇ ਨੇ, ਤਾਂ ਤੁਸੀਂ ਇੱਥੇ ਲਿਖੋਗੇ ਨਾਗੌਰ ਜ਼ਿਲ੍ਹਾ। ਰਾਜਸਥਾਨ ਦੇ ਕਿਹੜੇ ਡਿਸਟ੍ਰਿਕਟ 'ਚ ਹੋਈ ਸੀ? ਨਾਗੌਰ ਡਿਸਟ੍ਰਿਕਟ। 2 ਅਕਤੂਬਰ 1959 ਨੂੰ। ਤਾਂ 2 ਅਕਤੂਬਰ ਨੂੰ ਆਪਣੇ ਮਹਾਤਮਾ ਗਾਂਧੀ ਜਯੰਤੀ ਹੁੰਦੀ ਆ। 2 ਅਕਤੂਬਰ 1959 ਨੂੰ ਇਹ ਚੀਜ਼ ਇੰਪਲੀਮੈਂਟ ਹੋਈ ਸੀ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਵਿੱਚ। ਬੱਚੇ ਦੇਖੋ, ਇਹਦਾ ਸਕਰੀਨਸ਼ਾਟ ਕਰ ਸਕਦੇ ਹੋ ਤੁਸੀਂ, ਜਾਂ ਇਹਨੂੰ ਤੁਸੀਂ ਨੋਟ ਕਰ ਲਿਓ ਜਿੱਥੇ ਤੁਸੀਂ ਕੁਇੱਕ ਰਿਵੀਜ਼ਨ ਕਰਦੇ ਹੋ ਜਾਂ ਫਿਰ ਰਿਵਾਈਜ਼ ਕਰਨ ਦੇ ਲਈ ਇੱਕ ਫੈਕਟ ਪਿੰਨ ਪੁਆਇੰਟ ਬਣਾ ਕੇ ਲਿਖਦੇ ਹੋ, ਤਾਂ ਉੱਥੇ ਤੁਹਾਡੇ ਇਹ ਚੀਜ਼ ਬੜੀ ਸਹਾਈ ਹੋਊਗੀ ਤੁਹਾਡੇ ਲਈ। ਤਾਂ ਪਹਿਲੇ ਰਾਜਸਥਾਨ ਨੇ 1959 ਦੇ ਵਿੱਚ, ਫਿਰ 1959 ਦੇ ਵਿੱਚ ਹੀ ਕਰਿਆ ਸੀ ਆਂਧਰਾ ਨੇ, ਦੈਨ ਉਦੋਂ ਹੀ ਕਰਤਾ ਸੀ ਅਸਾਮ ਨੇ। ਤਾਂ ਇਹ ਪਹਿਲੀ, ਦੂਸਰੀ, ਤੀਸਰੀ ਸਟੇਟ ਆ। ਤਾਂ 4 ਸਟੇਟਸ ਤੱਕ ਤੁਹਾਨੂੰ ਆ ਸਕਦਾ। 1960 ਦੇ ਵਿੱਚ ਇਸ ਤੋਂ ਬਾਅਦ ਕਰਿਆ ਸੀ ਤਾਮਿਲਨਾਡੂ ਨੇ। ਓਕੇ, ਤਾਂ ਇਹ ਤਾਂ ਰਹੇ ਇੰਪੋਰਟੈਂਟ ਇਹਦੇ ਫੈਕਟ। ਇਸ ਤੋਂ ਬਾਅਦ ਬਲਵੰਤ ਰਾਏ ਮਹਿਤਾ, ਤਾਂ ਇਹਨਾਂ ਨੂੰ ਕਿਹਾ ਜਾਂਦਾ ਫਾਦਰ ਆਫ ਪੰਚਾਇਤੀ ਰਾਜ। ਤਾਂ ਇਹ ਵੀ ਇੱਕ ਫੈਕਟ ਆ, ਇਹਦੇ ਬਾਰੇ ਕੁਐਸਚਨ ਬਣਦਾ, ਇਹ ਵੀ ਵੈਰੀ ਇੰਪੋਰਟੈਂਟ ਆ।
ਵੀ ਇੰਡੀਆ ਦੇ ਵਿੱਚ ਫਾਦਰ ਆਫ ਪੰਚਾਇਤੀ ਰਾਜ ਕਿਹਨੂੰ ਕਿਹਾ ਜਾਂਦਾ? ਬਲਵੰਤ ਰਾਏ ਨੂੰ ਕਿਹਾ ਜਾਂਦਾ। ਓਕੇ, ਤਾਂ ਹੁਣ ਇਹਨੂੰ ਕਿਉਂ ਕਿਹਾ ਜਾਂਦਾ ਆਪਾਂ ਇਹਨੂੰ ਹੁਣ ਅੱਗੇ ਡਿਸਕਸ ਕਰਾਂਗੇ ਤੁਹਾਡੇ ਨਾਲ। ਇਹ ਤੋਂ ਪਹਿਲਾਂ ਆਪਾਂ ਕੁਝ ਕੁ MCQ ਦੇਖ ਲਈਏ। ਦੇਖੋ, ਵਿਚ ਆਫ ਦਾ ਫੋਲੋਇੰਗ ਕਮੇਟੀ ਰਿਕਮੈਂਡਡ ਫॉर ਪੰਚਾਇਤੀ ਰਾਜ ਸਿਸਟਮ ਇਨ ਇੰਡੀਆ। ਤਾਂ ਬੱਚੇ ਇਹਦਾ ਤੁਸੀਂ ਕਮੈਂਟ ਕਰਕੇ ਆਨਸਰ ਦੱਸਣਾ। ਇਸ ਤੋਂ ਬਾਅਦ ਚਲੋ ਇਹਦਾ ਆਨਸਰ ਤਾਂ ਬੱਚੇ ਆਪਣੇ ਕੋਲ ਹੈ ਹੀ ਸੀਗਾ, ਬਟ ਮੈਂ ਚਾਹੁੰਦਾ ਸੀ ਵੀ ਤੁਸੀਂ ਇਹਦਾ ਜਵਾਬ ਦਿਓ, ਬਟ ਇਹ ਸਲਾਈਡ ਦੇ ਵਿੱਚ ਆਲਰੇਡੀ ਮੈਂਸ਼ਨ ਹੋ ਹੀ ਚੁੱਕਿਆ। ਤਾਂ ਬਲਵੰਤ ਰਾਏ ਮਹਿਤਾ ਕਮੇਟੀ ਸੀ 1957 ਦੇ ਵਿੱਚ, ਇਹ ਜਾਣੀ ਕਿ ਪਹਿਲੀ ਕਮੇਟੀ ਬਣੀ ਸੀ, ਤਾਂ ਕਰਕੇ ਅਸੀਂ ਬਲਵੰਤ ਰਾਏ ਨੂੰ ਕੀ ਕਹਿੰਦੇ ਆ? ਫਾਦਰ ਆਫ ਪੰਚਾਇਤੀ ਰਾਜ। ਓਕੇ, ਤਾਂ 1957 ਦੇ ਵਿੱਚ ਕਮੇਟੀ ਬਣੀ ਸੀ, ਸੋ ਇਹਦਾ ਆਨਸਰ ਆਊਗਾ ਬਲਵੰਤ ਰਾਏ ਮਹਿਤਾ ਕਮੇਟੀ। ਓਕੇ, ਵਿਚ ਆਫ ਦਾ ਫੋਲੋਇੰਗ ਆਰਟੀਕਲ ਇਜ਼ ਰਿਲੇਟਡ ਟੂ ਪੰਚਾਇਤੀ ਰਾਜ। ਤਾਂ ਪੰਚਾਇਤੀ ਰਾਜ ਦੇ ਨਾਲ ਕਿਹੜਾ ਆਰਟੀਕਲ ਡੀਲ ਕਰਦਾ? ਇਹਦਾ ਆਨਸਰ ਤੁਸੀਂ ਕਮੈਂਟ ਕਰਕੇ, ਹਾਂ ਇਹਦਾ ਆਨਸਰ ਹੈ ਨਹੀਂ, ਤਾਂ ਇਹ ਆਨਸਰ ਤੁਸੀਂ ਦੱਸਣਾ ਵੀ ਕਿਹੜਾ ਆਰਟੀਕਲ ਇਹਦੇ ਨਾਲ ਡੀਲ ਕਰਦਾ। ਹਾਊ ਮੈਨੀ ਪੋਸਟਸ ਆਰ ਰਿਜ਼ਰਵਡ ਫॉर ਵੂਮਨ ਐਟ ਆਲ ਲੈਵਲ ਇਨ ਪੰਚਾਇਤੀ ਰਾਜ ਸਿਸਟਮ। ਦੇਖੋ ਬੱਚੇ, ਕਿਸੇ ਵੀ ਡਿਵੈਲਪਮੈਂਟ ਨੂੰ ਲੈ ਕੇ, ਚਾਹੇ ਉਹ ਚਾਈਲਡ ਹੋਵੇ, ਵੂਮਨ ਹੋਵੇ, ਇਹਨਾਂ ਨੂੰ ਲੈ ਕੇ ਕੋਈ ਸਕੀਮ ਹੋਵੇ ਤਾਂ ਉਹ ਚਰਚਾ ਦੇ ਵਿੱਚ ਹੋਵੇ, ਦੈਨ ਉਹਦੇ ਆਉਣ ਦੇ ਚਾਂਸ ਕਾਫੀ ਵੱਧ ਜਾਂਦੇ ਆ, ਕਿਉਂਕਿ ਇਹਦੇ ਡਿਵੈਲਪਮੈਂਟ ਦੇ ਲਈ ਜ਼ਰੂਰੀ ਹੁੰਦਾ ਕੋਈ ਵੀ ਸਿਵਲ ਆਫੀਸਰ ਬਣਦਾ ਜਾਂ ਫਿਰ ਕਿਸੇ ਵੀ ਜੌਬ ਦੇ ਵਿੱਚ ਵਧੀਆ ਦੇ ਵਿੱਚ ਜਾਂਦਾ, ਦੈਨ ਉੱਥੇ ਇਹ ਚੀਜ਼ਾਂ ਜ਼ਿਆਦਾ ਮਾਇਨੇ ਰੱਖਦੀਆਂ ਨੇ, ਇਹਨਾਂ ਦੀ ਨੌਲੇਜ ਹੋਣੀ ਆਪਾਂ ਨੂੰ ਜ਼ਰੂਰੀ ਹੁੰਦੀ ਆ। ਤਾਂ ਇਹਦੇ 'ਚ ਉਹਨਾਂ ਨੂੰ ਅਪਲਿਫਟ ਕਰਨ ਦੇ ਲਈ ਵੂਮਨ ਨੂੰ ਤਾਂ ਇਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਗਈ ਸੀ, ਤਾਂ ਉਹਦੇ ਬਾਰੇ ਇਹ ਕੁਐਸਚਨ ਆ ਵੀ ਉਹ ਕਿੰਨੀ ਦਿੱਤੀ ਗਈ ਆ। ਓਕੇ, ਤਾਂ ਇਹ ਚੀਜ਼ ਆ ਕੁਐਸਚਨ ਦੇ ਵਿੱਚ। ਤਾਂ ਹੁਣ ਬੱਚੇ ਇਹ ਤਾਂ ਸੀ ਬੇਸਿਕ ਆਪਣੀਆਂ ਚੀਜ਼ਾਂ। ਤਾਂ ਹੁਣ ਮੈਂ ਤੁਹਾਨੂੰ ਇਹਦੇ ਬਾਰੇ ਆਪਣੇ ਜਿਹੜੇ ਫੈਕਟ ਨੇ, ਵੈਸੇ ਮੈਂ ਆਲਰੇਡੀ ਇਹ ਵੀਡੀਓ ਤੁਹਾਨੂੰ ਕਰਵਾਈ ਵੀ ਆ, ਇੱਕ ਵਾਰ ਮੈਂ ਤੁਹਾਨੂੰ ਕੁਇਕ ਰਿਵਾਈਜ਼ ਕਰਵਾ ਦੂੰਗਾ ਸਾਰਾ। ਹੁਣ ਦੇਖੋ, ਲੋਕਲ ਗਵਰਨਮੈਂਟ ਆਪਣੇ ਇਹ ਕਨਸਟੀਟਿਊਸ਼ਨ ਦੇ ਕਿਹੜੇ ਪਾਰਟ ਦੇ ਵਿੱਚ ਆ? ਪਾਰਟ 9 ਜਾਂ ਫਿਰ ਰੋਮਨ ਦੇ ਵਿੱਚ ਲਿਖ ਲਓ IX, ਠੀਕ ਆ। ਤਾਂ ਕਿਹੜੇ ਪਾਰਟ ਦੇ ਵਿੱਚ ਆ? ਇਹ 9 ਦੇ ਵਿੱਚ ਆ। ਤਾਂ ਹੁਣ ਜਿਹੜਾ ਇਹ 9ਵਾਂ ਪਾਰਟ ਐਡ ਕੀਤਾ ਸੀ ਬਾਏ, ਜਿਹੜੀ ਆਪਾਂ ਸਭ ਤੋਂ ਪਹਿਲਾਂ ਹੀ ਗੱਲ ਕਰਕੇ ਹਟੇ ਨਾ, 73ਵੀਂ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਹੋਈ ਸੀ 1992, ਬਟ ਅਪਲਾਈ ਲਿਖ ਦੇਣਾ ਮੈਂ, ਇੰਪਲੀਮੈਂਟ ਹੋਊਗਾ ਵੈਸੇ। ਇੰਪਲੀਮੈਂਟ ਜਾਂ ਅਪਲਾਈ ਹੋਈ ਸੀ ਇਹ 24 ਅਪ੍ਰੈਲ 1993। ਤਾਂ ਆਹੀ ਇਹਦਾ ਵੀ 24 ਅਪ੍ਰੈਲ ਨੂੰ ਅਸੀਂ ਇਹ ਵਾਲਾ ਡੇ ਆ ਜਿਹੜਾ ਕਿਉਂ ਮਨਾਉਂਦੇ ਆ। ਤਾਂ ਬੱਚੇ ਆਹ ਪਹਿਲਾ ਪੁਆਇੰਟ ਤਾਂ ਤੁਹਾਨੂੰ ਬਿਲਕੁਲ ਕਲੀਅਰ ਹੋ ਗਿਆ ਹੋਊਗਾ। ਫਿਰ ਇਸ ਤੋਂ ਬਾਅਦ ਅਸੀਂ ਇਹ ਇਕੱਲੇ 9ਵੇਂ ਪਾਰਟ ਤੱਕ ਐਡ ਕਰਕੇ ਨਹੀਂ ਰੁਕੇ, ਫਿਰ ਇਸ ਤੋਂ ਬਾਅਦ ਹੋਰ ਵੀ ਪਾਰਟ ਐਡ ਕੀਤੇ ਗਏ, ਤਾਂ ਉਹਨਾਂ ਦੇ ਬਾਰੇ ਵੀ ਆ। ਇਸ ਤੋਂ ਬਾਅਦ ਐਡ ਕੀਤਾ 9A, ਤੁਸੀਂ ਰੋਮਨ 'ਚ ਲਿਖ ਸਕਦੇ ਹੋ। ਤਾਂ ਇਹ ਕੀਤਾ ਗਿਆ ਇਦੋਂ ਬਾਅਦ 74ਵਾਂ, ਕਿਉਂਕਿ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਦੋਨੇ ਇੰਪੋਰਟੈਂਟ ਆ। ਅਤੇ ਇਕੱਲਾ ਤੁਹਾਨੂੰ ਮੈਂ ਪੰਚਾਇਤੀ ਰਾਜ ਤਾਂ ਦੱਸਿਆ ਸੀਗਾ ਉਹਦੇ ਬਾਰੇ ਕਿਉਂਕਿ ਉਹ ਡੇ ਸੀਗਾ, ਇਹ ਨਹੀਂ ਵੀ ਇਕੱਲੀ 73ਵੀਂ ਅਮੈਂਡਮੈਂਟ 'ਤੇ ਆਪਾਂ ਰੁਕ ਜਾਣਾ। ਡਨ। ਤਾਂ ਇਹ 74ਵੀਂ ਅਮੈਂਡਮੈਂਟ ਹੋਈ ਇਹ ਵੀ ਸੇਮ 1992 ਦੇ ਵਿੱਚ ਆ, ਪਰ ਇਹ ਵਾਲੀ ਲਾਗੂ ਹੁੰਦੀ ਆ 1 ਜੂਨ 1993। ਦੇਖੋ, ਲਾਗੂ ਹੋਣ ਦਾ ਦੋਨਾਂ ਦੇ ਵਿੱਚ ਡਿਫਰੈਂਸ ਆ। ਫਿਰ ਇਸ ਤੋਂ ਬਾਅਦ ਇਸੇ ਦੇ ਵਿੱਚ ਇੱਕ ਹੋਰ ਐਡ ਕੀਤਾ ਗਿਆ 9B। ਤਾਂ ਇਹਦੇ ਲਈ ਅਮੈਂਡਮੈਂਟ ਕਾਫੀ ਟਾਈਮ ਬਾਅਦ ਦੇ ਵਿੱਚ ਹੋਈ ਸੀ, ਇਹ ਹੋਈ ਸੀ 2011 ਦੇ ਵਿੱਚ। ਓਕੇ, ਹੁਣ ਜਿਹੜਾ 9ਵਾਂ ਸੀਗਾ ਇਹ ਕਾਹਦੇ ਨਾਲ ਡੀਲ ਕਰਦਾ? ਇਹ ਸੀਗਾ ਪੰਚਾਇਤਾਂ ਨਾਲ ਰਿਲੇਟਡ। ਜਿਹੜਾ 9A ਸੀਗਾ ਇਹ ਜਾਣੀ ਕਿ ਸੀਗਾ ਸ਼ਹਿਰ ਦੀ ਆਪਣਾ ਕੀ ਹੁੰਦੀ ਆ ਉਹ ਨਗਰ ਪਾਲਿਕਾ, ਮਿਊਨਿਸਪੈਲਿਟੀ ਹੁੰਦੀਆਂ ਨੇ, ਉਹਨਾਂ ਦੇ ਨਾਲ ਰਿਲੇਟਡ ਆ। ਔਰ ਜਿਹੜਾ ਆਪਣੇ 9B ਆ ਇਹ ਸੀਗਾ ਆਪਣੇ ਕੋਆਪਰੇਟਿਵ ਸੁਸਾਇਟੀਆਂ ਹੁੰਦੀਆਂ ਨੇ ਜਿਹੜੀਆਂ, ਤਾਂ ਇਹ ਉਹਨਾਂ ਦੇ ਨਾਲ ਡੀਲ ਕਰਦਾ। ਤਾਂ ਤੁਹਾਨੂੰ ਹੁਣ ਕਲੀਅਰ ਹੋ ਗਿਆ ਵੀ 9ਵਾਂ ਪਾਰਟ 9A 9B ਅਸੀਂ ਇਹ ਬਾਅਦ ਦੇ ਵਿੱਚ ਅਮੈਂਡਮੈਂਟ ਕਰਕੇ ਕੀਤੇ ਆ। ਤਾਂ ਜੇ ਤੁਹਾਨੂੰ ਆ ਜੇ ਓਰੀਜਨਲ ਸੰਵਿਧਾਨ ਦੇ ਵਿੱਚ ਕਿੰਨੇ ਪਾਰਟ ਸੀ, ਤੁਸੀਂ ਕਹੋਗੇ 8, ਕਿਉਂਕਿ 9ਵਾਂ ਪਾਰਟ ਆਪਾਂ ਬਾਅਦ ਦੇ ਵਿੱਚ ਐਡ ਕੀਤਾ 9 9A 9B। 9 ਅਤੇ 9A ਤਾਂ ਇੱਕ ਸਾਲ ਹੀ ਅਮੈਂਡਮੈਂਟ ਹੋਈਆਂ ਸੀ, 73ਵੀਂ ਅਤੇ 74ਵੀਂ 1992 ਦੇ ਵਿੱਚ ਦੋਨਾਂ ਦੇ ਨਾਲ ਕਰਤਾ, ਠੀਕ ਆ। ਤਾਂ ਜਿਹੜਾ 73ਵਾਂ ਸੀ ਪਹਿਲਾਂ ਪਿੰਡਾਂ ਦੀ ਪੰਚਾਇਤਾਂ ਬਾਰੇ, ਫਿਰ 9ਵਾਂ A ਆ 74ਵੀਂ ਅਮੈਂਡਮੈਂਟ ਉਹ ਸ਼ਹਿਰ ਦੀ ਨਗਰ ਪਾਲਿਕਾ ਦੇ ਬਾਰੇ। ਜਿਹੜਾ 9ਵਾਂ B ਆ ਉਹ 2011 ਦੇ ਵਿੱਚ 97ਵੀਂ ਸੋਧ ਹੋਈ, ਉਹਦੇ 'ਚ ਕੋਆਪਰੇਟਿਵ ਸੁਸਾਇਟੀ ਯਾਨੀ ਕਿ ਸਹਿਕਾਰੀ ਸੰਮਤੀਆਂ ਇਹ ਸੀਗੀਆਂ। ਤਾਂ ਹੁਣ ਕਲੀਅਰ ਆ। ਹੁਣ ਆਪਾਂ ਇਹ ਗੱਲ ਕੀਤੀ ਵੀ ਇਹ ਗੱਲ ਕਿੰਨੇ ਦੀ ਆ? 1992 ਦੀ ਆ। ਤਾਂ 1992 ਦੇ ਵਿੱਚ ਤੁਸੀਂ ਇੱਕ ਫੈਕਟ ਹੋਰ ਧਿਆਨ 'ਚ ਰੱਖ ਸਕਦੇ ਹੋ ਵੀ ਦੈਟ ਟਾਈਮ ਪ੍ਰੈਜ਼ੀਡੈਂਟ ਕੌਣ ਸੀ? P52 ਆਪਾਂ ਕਿਉਂ ਲਿਖਿਆ?
क्योंकि ये तुहानूं पता लग जू भी जिहड़ा आर्टिकल 52 वो काहदे नाल डील करदा भी इंडिया दे विच एक प्रेजिडेंट आ, तां प्रेजिडेंट किहड़े आर्टिकल दे विच आ, पी फॉर प्रेजिडेंट 52 आपां क्यों लिखिआ, क्योंकि इहदे च अपना प्रेजिडेंट आ। तां उहदे प्रेजिडेंट कौन सीगे, डॉक्टर शंकर दयाल, वो टाइम ते प्रेजिडेंट सी। तां जिहड़े वो टाइम ते PM सी बच्चे, जानी कि अपने देश दे प्रधान मंत्री सीगे, वो तुसी कमेंट करके दसना तां जो मैनूं पता लगे भी हाँ जिहड़े बच्चे देख रहे ने वो वीडियो तो की सिੱਖ रहे आ और खुद किन्ना क सर्च कर रहे आ। तां तुसी ईयर पा के प्रधान मंत्री दा नाम जरूर लिखना। ਤਾਂ ਹੁਣ ਆਪਾਂ ਗੱਲ ਕਰੀਏ ਵੀ ਲੋਕਲ ਗਵਰਨਮੈਂਟ ਦੀ, ਵੀ ਜਦੋਂ ਆਪਾਂ ਨੂੰ ਪਤਾ ਵੀ ਆਪਾਂ ਪੰਚਾਇਤਾਂ ਬਣਾਉਣੀਆਂ ਨੇ ਤਾਂ ਜਦੋਂ ਸੰਵਿਧਾਨ ਬਣਿਆ ਤਾਂ ਸੰਵਿਧਾਨ ਦੇ ਵਿੱਚ ਉਹਦੀ ਪਾਰਟ ਕਿਉਂ ਨਹੀਂ ਐਡ ਕਰ ਦਿੱਤੇ ਗਏ। ਦੇਖੋ ਬਾਹਲਾ ਡੈਪਥ ਦੇ ਵਿੱਚ ਨਹੀਂ ਜਾਂਦੇ ਕਿਉਂਕਿ ਤੁਸੀਂ ਪੋਲਿਸੀ ਦੀ ਤਿਆਰੀ ਆਲਰੇਡੀ ਕੀਤੀ ਹੋਈ ਆ। ਆਪਾਂ ਜਿਹੜੇ ਟੂ ਦਾ ਪੁਆਇੰਟ ਹੋਣਗੇ ਜਮਾ ਬਿਲਕੁਲ ਪਿੰਨ ਪੁਆਇੰਟ ਜਾਣੀ ਕਿ ਠੀਕ ਆ, ਤਾਂ ਉਹਨਾਂ ਦੇ ਬਾਰੇ ਡਿਸਕਸ ਕਰਨੀ ਹੈ ਇੱਥੇ। ਤਾਂ ਉਦੋਂ ਡਾਕਟਰ ਬਾਬਾ ਅੰਬੇਦਕਰ ਜੀ ਔਰ ਮਹਾਤਮਾ ਗਾਂਧੀ ਜੀ, ਇਹਨਾਂ ਦੇ ਦੋਨਾਂ ਦੇ ਵਿਚਾਲੇ ਥੋੜ੍ਹਾ ਜਿਹਾ ਮਤਭੇਦ ਹੋਇਆ ਸੀਗਾ ਕਿਉਂਕਿ ਜਿਹੜੇ ਸੀਗੇ ਅੰਬੇਦਕਰ ਉਹ ਲੋਕਲ ਗਵਰਨਮੈਂਟ ਦੇ ਅਪੋਜ਼ ਦੇ ਵਿੱਚ ਸੀਗੇ, ਜਾਣੀ ਕਿ ਓਪੋਜਿਟ ਸੀਗੇ, ਅਤੇ ਗਾਂਧੀ ਜੀ ਇਹਦੇ ਫੇਵਰ 'ਚ ਸੀਗੇ। ਤਾਂ ਕਰਕੇ ਜਦੋਂ ਇਹਨਾਂ ਦੋਨਾਂ ਦੇ ਵਿਚਾਲੇ ਵਿਵਾਦ ਦਾ ਕਾਰਨ ਬਣ ਗਿਆ ਤਾਂ ਇਹਨਾਂ ਨੇ ਕਿਹਾ ਵੀ ਜਿਹੜਾ ਆਪਣੇ ਸੰਵਿਧਾਨ ਦੇ ਵਿੱਚ ਆਪਾਂ ਪਾਰਟ ਰੱਖਿਆ, ਪਾਰਟ ਪਹਿਲਾ ਯੂਨੀਅਨ ਟੈਰੀਟਰੀ, ਪਾਰਟ ਦੂਸਰਾ ਸਿਟੀਜ਼ਨਸ਼ਿਪ, ਪਾਰਟ ਤੀਸਰਾ ਫੰਡਾਮੈਂਟਲ ਰਾਈਟਸ ਐਂਡ ਇਸ ਤੋਂ ਬਾਅਦ ਆਉਂਦਾ ਆਪਣੇ ਕੋਲ ਸੰਵਿਧਾਨ ਦੇ ਵਿੱਚ ਪਾਰਟ 4। ਤਾਂ ਇਹਦੇ 'ਚ ਕੀ ਆ, DPSP ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ। ਤਾਂ ਇਹ ਆ, ਤਾਂ ਉਹਨਾਂ ਨੇ ਕਿਹਾ ਵੀ ਆਰਟੀਕਲ ਇਹਦੇ ਵਿੱਚ ਇੱਕ ਜਿਹੜਾ ਹੈਗਾ 40, ਆਰਟੀਕਲ 40 ਦੇ ਵਿੱਚ ਇਹ ਰੱਖਤਾ ਵੀ ਜਿਹੜੀ ਸਟੇਟ ਦਾ ਜਦੋਂ ਦਿਲ ਕੀਤਾ, ਜਦੋਂ ਉਹਨੂੰ ਲੱਗੇ ਤਾਂ ਉਹ ਐਕਟ ਬਣਾ ਕੇ ਆਪਦੇ ਸਟੇਟ ਦੇ ਵਿੱਚ ਲੋਕਲ ਗਵਰਨਮੈਂਟ ਬਣਾ ਸਕਦੀ ਆ, ਅਤੇ ਸਬਜੈਕਟ ਹੋਊਗਾ ਸਟੇਟ ਲਿਸਟ ਦਾ। ਤਾਂ ਤੁਹਾਨੂੰ DPSP ਦੇ ਵਿੱਚੋਂ ਕਿਹੜਾ ਆਰਟੀਕਲ ਇਹਦੇ ਨਾਲ ਡੀਲ ਕਰਦਾ, ਆਰਟੀਕਲ 40 ਪਾਰਟ 4 ਆ। ਤਾਂ 4 ਦੇ ਵਿੱਚ ਵੀ ਬੱਚੇ ਇੱਕ ਪਾਰਟ ਹੋਰ ਐਡ ਕੀਤਾ ਗਿਆ ਸੀ 4A, ਇਹਦੇ 'ਚ ਹੈਗੀਆਂ ਨੇ ਫੰਡਾਮੈਂਟਲ ਡਿਊਟੀਜ਼, ਇਹ ਕੀਤੀਆਂ ਸੀ ਸਵਰਨ ਸਿੰਘ ਕਮੇਟੀ ਦੇ ਰਿਕਮੈਂਡੇਸ਼ਨ 'ਤੇ। ਓਕੇ, ਇਹਨਾਂ ਦੀ ਗਿਣਤੀ ਕਿੰਨੀ ਆ ਇਹ ਤੁਸੀਂ ਕਮੈਂਟ ਕਰਕੇ ਦੱਸਣਾ, ਕਿਉਂਕਿ ਇੱਕ ਬਾਅਦ ਦੇ ਵਿੱਚ ਐਡ ਕੀਤੀ ਗਈ ਸੀ ਬੱਚਿਆਂ ਨੂੰ ਪੜ੍ਹਾਉਣ ਦੇ ਵਾਲੀ। ਤਾਂ ਇਹਦੇ ਬਾਰੇ ਵੀ ਬੱਚੇ ਤੁਸੀਂ ਥੋੜ੍ਹੀ ਜਿਹੀ ਰਿਸਰਚ ਕਰਨੀ ਆ। ਵੈਸੇ ਮੈਂ ਤੁਹਾਨੂੰ ਇਹ ਵੀ ਕਰਵਾਇਆ ਵਾ ਆਪਣੇ ਚੈਨਲ ਦੇ ਉੱਤੇ, ਤੁਹਾਨੂੰ ਇਹ ਵੀ ਪੂਰਾ ਡੈਪਥ ਦੇ ਵਿੱਚ ਚੀਜ਼ ਕਰਵਾਈ ਵੀ ਆ, ਕਿੱਥੋਂ ਆਪਾਂ ਅਡੋਪਟ ਕੀਤੀ ਆ, ਕੀ ਚੀਜ਼ ਆ, ਕਿਉਂ ਬਾਅਦ ਦੇ ਵਿੱਚ ਐਡ ਕੀਤੀ ਆ, ਕਿਹੜੀ ਅਮੈਂਡਮੈਂਟ ਹੋਈ ਆ, ਸਭ ਇਹਦਾ ਆਰਟੀਕਲ ਹੈਗਾ। ਇਹ ਆਰਟੀਕਲ ਨਿਬੜਦੇ ਨੇ ਜਿਹੜੇ ਆਪਣੇ ਦੇਖੋ 12 ਤੋਂ 35 ਤੱਕ ਆਪਣੇ ਫੰਡਾਮੈਂਟਲ ਰਾਈਟ ਚੱਲਦੇ ਆ। ਜਿਹੜਾ DPSP ਆ, DPSP ਆਪਣਾ 37 ਤੋਂ ਸਟਾਰਟ ਹੋ ਕੇ ਇਹ ਚੱਲਦਾ ਆਪਣਾ 51 ਤੱਕ ਆਰਟੀਕਲ ਨੇ ਜਿਹੜੇ ਉਹ ਆਪਣੇ DPSP ਨੂੰ ਕਵਰ ਕਰਦੇ ਆ। ਅਤੇ ਜਿਹੜਾ ਆਪਣਾ ਪਾਰਟ 4A ਦੀ ਗੱਲ ਕੀਤੀ ਆ, ਇਹਦੇ 'ਚ ਇਹਨਾਂ ਨੇ 51A ਆਰਟੀਕਲ ਇਸ ਤੋਂ ਬਾਅਦ ਲਹਿਦਾ ਐਡ ਕਰਿਆ ਸੀ। ਡਨ, ਆਹ ਚੀਜ਼ ਆਪਣੀ ਸੈਪਰੇਟ ਆ, ਉਹਨੂੰ ਇਹਦੇ ਨਾਲ ਮਰਜ ਨਾ ਕਰ ਲਿਓ। ਇਹ ਤੁਹਾਨੂੰ ਮੈਂ ਵੈਸੇ ਇੱਕ ਪੋਲਿਟੀ ਦਾ ਫੈਕਟ ਦੱਸਿਆ, ਤਾਂ ਇਹ ਚੀਜ਼ ਤੁਹਾਨੂੰ ਕਲੀਅਰ ਹੋਊਗੀ। ਓਕੇ, ਇਸ ਤੋਂ ਬਾਅਦ ਦੇਖੋ ਬੱਚੇ ਇਹਦੇ 'ਚ ਮਤਲਬ ਤੁਹਾਨੂੰ ਇਹਦਾ ਪਤਾ ਹੀ ਆ ਵੀ ਕਿਹੜੇ ਲੈਵਲ 'ਤੇ BDPO ਬਣੇ ਹੁੰਦੇ ਆ, ਬਲਾਕ ਪ੍ਰਮੁੱਖ ਬਣਦੇ ਆ, ਬਲਾਕ ਸੰਮਤੀ ਕਿੱਥੇ ਬਣਦੀ ਆ, ਜ਼ਿਲ੍ਹਾ ਪ੍ਰੀਸ਼ਦ, ਜ਼ਿਲ੍ਹਾ ਪ੍ਰਮੁੱਖ। ਤਾਂ ਇਹ ਚੀਜ਼ਾਂ ਤੁਹਾਨੂੰ ਸਾਰੀਆਂ ਪਤਾ ਨੇ, ਤਾਂ ਇੰਨੇ ਮੈਂ ਤੁਹਾਨੂੰ ਬਰੀਕੀ ਦੇ ਵਿੱਚ ਜਾ ਕੇ ਫੈਕਟ ਨਹੀਂ ਦੱਸੂਗਾ। ਇਸ ਤੋਂ ਬਾਅਦ ਜਿਹੜੇ ਆਪਣੇ ਹੋਰ ਇੰਪੋਰਟੈਂਟ ਫੈਕਟ ਹੋਣਗੇ ਉਹ ਤੁਹਾਡੇ ਨਾਲ ਮੈਂ ਡਿਸਕਸ ਜ਼ਰੂਰ ਕਰੂੰ। ਬਾਕੀ ਮੇਅਰ ਦੀ ਟਰਮ ਕਿੰਨੀ ਹੁੰਦੀ ਆ ਬੱਚੇ ਉਹ ਤੁਸੀਂ ਦੱਸਣਾ ਵੀ ਜਿਹੜਾ ਮੇਅਰ ਬਣਦਾ, ਠੀਕ ਆ, ਜਿਵੇਂ ਕਿ ਮੇਅਰ ਚੁਣੇ ਜਾਂਦੇ ਆ ਨਾ, ਤਾਂ ਮੇਅਰ ਦੀ ਜਿਹੜਾ ਟਨਿਓਰ ਹੁੰਦਾ ਉਹ ਕਿੰਨੇ ਟਾਈਮ ਦਾ ਹੁੰਦਾ, ਇਹਨੂੰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਹੁਣ ਆਪਾਂ ਇਹਨਾਂ ਦੀ ਇਲੈਕਸ਼ਨ ਦੀ ਗੱਲ ਕਰੀਏ ਵੀ ਇਲੈਕਸ਼ਨ ਦਾ ਮੈਥਡ ਕੀ ਹੁੰਦਾ ਇਹਨਾਂ ਦਾ। ਇਲੈਕਸ਼ਨ ਹੁੰਦੀ ਹੈ ਇਹਨਾਂ ਦੀ ਜਿਹੜੀ ਆਪਣੀ ਲੋਕਲ ਗਵਰਨਮੈਂਟ ਹੁੰਦੀ ਆ, ਇਲੈਕਸ਼ਨਾਂ ਹੁੰਦੀਆਂ ਨੇ ਡਾਇਰੈਕਟ, ਆਲ ਮੈਂਬਰ ਲੋਕਲ ਗਵਰਨਮੈਂਟ ਦੀਆਂ ਡਾਇਰੈਕਟ। ਹੁਣ ਡਾਇਰੈਕਟ ਇਲੈਕਸ਼ਨ ਕਿਹੜੀ ਹੁੰਦੀ ਆ, ਜਿਵੇਂ ਕਿ ਮੰਨ ਲਓ ਆਹ ਕੋਈ ਪਿੰਡ ਆ, ਆਹ ਪਿੰਡ ਦੇ ਵਿੱਚ ਸਾਰੇ ਲੋਕ ਨੇ, ਠੀਕ ਆ, ਤਾਂ ਇੱਥੇ ਇਹਨਾਂ ਦੇ ਵਿੱਚੋਂ ਇੱਥੇ ਇੱਕ ਬੰਦਾ A ਖੜਾ, ਇੱਕ ਬੰਦਾ B ਵੋਟਾਂ ਦੇ ਵਿੱਚ ਖੜਾ, ਤਾਂ ਇਹ ਇਕੱਲੇ ਇਕੱਲੇ ਬੰਦੇ ਨੇ A ਨੂੰ ਜਾਣਦੇ ਨੇ, ਆਪ ਖੁਦ A ਨੂੰ ਵੋਟ ਕੀਤੀ ਆ, ਅਤੇ A ਇਹਨਾਂ 'ਚੋਂ ਜਿੱਤ ਗਿਆ, B ਹਾਰ ਗਿਆ। ਇਹਨੂੰ ਕਹਿੰਦੇ ਡਾਇਰੈਕਟ ਵੋਟ ਕਰਨੀ, ਠੀਕ ਆ। ਅਤੇ ਹੁਣ ਮੰਨ ਲਓ ਇਹਨਾਂ ਨੇ ਤਾਂ A ਨੂੰ ਚੁਣਿਆ, ਇਸ ਤੋਂ ਬਾਅਦ ਇੱਥੇ ਬੰਦੇ ਖੜੇ ਸੀ ਹੋਰ C B D, ਤਾਂ ਇਹਨਾਂ 'ਚੋਂ A ਹੁਣਾਂ ਨੇ ਇਹਨਾਂ ਨੇ ਆਪਦੇ ਵਿੱਚੋਂ ਚੁਣ ਲਿਆ, ਇਹਨੂੰ ਕਹਿੰਦੇ ਇੰਡਾਇਰੈਕਟ ਚੋਣ, ਕਿਉਂਕਿ ਇਹਨਾਂ ਨੇ ਤਾਂ ਇਹਨਾਂ ਨੂੰ ਚੋਣ ਪਾਈ ਆ, A ਨੂੰ ਵੋਟਾਂ ਪਾਈਆਂ, ਅਤੇ ਇਹਨਾਂ ਨਾਲ ਆਹ ਡਾਇਰੈਕਟ ਡੀਲ ਨਹੀਂ ਕਰ ਰਹੇ। ਤਾਂ ਇਹ ਡਾਇਰੈਕਟ ਔਰ ਇੰਡਾਇਰੈਕਟ ਵਾਲੇ ਮੈਥਡ ਦੇ ਵਿੱਚ ਇਹ ਚੀਜ਼ ਚਲੀ ਜਾਂਦੀ ਆ। ਕਲੀਅਰ ਆ। ਡਾਇਰੈਕਟ ਔਰ ਇੰਡਾਇਰੈਕਟ ਮੈਥਡ ਕਿਹੜਾ ਹੁੰਦਾ, ਡਾਇਰੈਕਟ ਦੇ ਵਿੱਚ ਇਹ ਹੁੰਦਾ ਵੀ ਆਪਾਂ ਡਾਇਰੈਕਟ ਲੋਕ ਆਪ ਚੋਣਾਂ ਕਰਦੇ ਨੇ, ਜਿਹੜੇ ਬੰਦੇ ਨੂੰ ਚੂਜ਼ ਕਰ ਰਹੇ ਹੁੰਦੇ ਆ,
ਔਰ ਇਨਡਾਇਰੈਕਟ ਦੇ ਵਿੱਚ ਉਹਨਾਂ ਦੇ ਚੁਣੇ ਹੋਏ ਪ੍ਰਤੀਨਿਧੀ ਹੁੰਦੇ ਆ ਜਿਹੜੇ ਅੱਗੇ ਉਹ ਚੋਣ ਕਰਦੇ ਆ। ਬਾਕੀ ਜਿਹੜੀ ਆਪਣੀ ਪਿੰਡ ਦੀ ਪੰਚਾਇਤ ਹੁੰਦੀ ਇਹਦੇ ਬਾਰੇ ਤੁਹਾਨੂੰ ਪਤਾ ਹੀ ਆ। ਬਾਕੀ ਇਸ ਤੋਂ ਬਾਅਦ ਜਿਹੜਾ ਆਪਣਾ ਜ਼ਿਲ੍ਹਾ ਪ੍ਰਮੁੱਖ ਹੁੰਦਾ, ਜ਼ਿਲ੍ਹਾ ਪ੍ਰਮੁੱਖ ਔਰ ਬਲਾਕ ਤੇਹੀ ਪ੍ਰਮੁੱਖ, ਇਹ ਦੋਨੇ ਮਤਲਬ ਕੀ ਆ ਇਨਡਾਇਰੈਕਟ ਤਰੀਕੇ ਨਾਲ ਚੁਣੇ ਜਾਂਦੇ ਆ, ਕਿਉਂਕਿ ਜਿਹੜੇ ਆਪਣੇ ਚੁਣੇ ਹੋਏ ਬੰਦੇ ਹੁੰਦੇ ਆ ਉਹ ਚੁਣਦੇ ਆ। ਓਕੇ, ਬਾਕੀ ਇਹਨਾਂ ਦੀਆਂ ਜਿਹੜੀਆਂ ਇਲੈਕਸ਼ਨ ਹੁੰਦੀਆਂ ਨੇ ਇਹ ਡਿਪੈਂਡ ਕਰਦੀਆਂ ਨੇ ਸਟੇਟ ਗਵਰਨਮੈਂਟ ਦੇ ਉੱਤੇ ਵੀ, ਮਤਲਬ ਕਿ ਡਾਇਰੈਕਟ ਕਰਾਉਣਾ ਚਾਹੁੰਦੀ ਹੈ ਜਾਂ ਇੰਡਾਇਰੈਕਟ ਕਰਾਉਣਾ ਚਾਹੁੰਦੀ ਆ, ਤਾਂ ਇਹ ਚੀਜ਼ ਕਲੀਅਰ। ਹੁਣ ਜੇ ਆਪਾਂ ਗੱਲ ਕਰੀਏ ਵੀ ਇਹਦਾ ਥੋੜ੍ਹਾ ਜਿਹਾ ਪਹਿਲਾਂ ਆਪਾਂ ਦੇਖੀਏ ਵੀ ਫਸਟ ਨਗਰ ਨਿਗਮ ਕਦੋਂ ਬਣਿਆ ਸੀ। ਫਸਟ ਨਗਰ ਨਿਗਮ ਆਪਣਾ 1687 ਮਦਰਾਸ, ਬਸ ਇਹ ਤੁਸੀਂ ਧਿਆਨ 'ਚ ਰੱਖਿਓ। ਬਾਕੀ ਫਾਦਰ ਆਫ ਲੋਕਲ ਗਵਰਨਮੈਂਟ ਇਨ ਇੰਡੀਆ, ਬੱਚੇ ਇਹਨੂੰ ਵੈਰੀ ਇੰਪੋਰਟੈਂਟ ਕਰਨਾ ਤੁਸੀਂ। ਫਾਦਰ ਆਫ ਲੋਕਲ ਗਵਰਨਮੈਂਟ ਇਨ ਇੰਡੀਆ, ਦੇਖੋ ਜੇ ਇਹਦਾ ਪੇਪਰ ਸੈੱਟ ਕਰਨ ਵਾਲੇ ਨੇ ਤੁਹਾਨੂੰ ਕਨਫਿਊਜ਼ ਕਰਨਾ ਹੋਇਆ ਤਾਂ ਉਹ ਤੁਹਾਨੂੰ ਲੈਣ ਤਾਂ ਦੇਊਗਾ ਫਾਦਰ ਆਫ ਲੋਕਲ ਗਵਰਨਮੈਂਟ ਇਨ ਇੰਡੀਆ, ਤਾਂ ਤੁਹਾਨੂੰ ਆਪਸ਼ਨਾਂ ਦੇ ਵਿੱਚ ਇੱਕ ਦਾ ਦੇਊਗਾ ਲਾਰਡ ਰਿਪਨ, ਇੱਕ ਦਊਗਾ ਬਲਵੰਤ ਰਾਏ, ਫਿਰ ਇਸ ਤੋਂ ਬਾਅਦ ਇੱਕ ਆਪਸ਼ਨ ਦੇ ਸਕਦਾ ਅਸ਼ੋਕ ਮਹਿਤਾ, ਤਾਂ ਡੀ ਦੇ ਵਿੱਚ ਦੇ ਸਕਦਾ ਨਨ ਆਫ ਦੀਜ਼ ਜਾਂ ਕੁਛ ਵੀ ਦੇ ਸਕਦਾ ਇਹਦੀ ਜਗ੍ਹਾ 'ਤੇ, ਉਹਦੀ ਮਰਜ਼ੀ ਹੈ ਕੀ ਰੱਖੇ। ਤਾਂ ਇਹਦੇ 'ਚ ਬੱਚੇ ਦੇਖੋ ਤੁਸੀਂ ਕਨਫਿਊਜ਼ ਨਹੀਂ ਹੋਣਾ, ਜਿਹੜਾ ਤਾਂ ਫਾਦਰ ਆਫ ਪੰਚਾਇਤੀ ਰਾਜ ਆ, ਠੀਕ ਆ, ਫਾਦਰ ਆਫ ਪੰਚਾਇਤੀ ਰਾਜ ਅਸੀਂ ਕਹਿੰਦੇ ਆ ਬਲਵੰਤ ਰਾਏ ਨੂੰ, ਪਰ ਫਾਦਰ ਆਫ ਜਿਹੜਾ ਲੋਕਲ ਗਵਰਨਮੈਂਟ ਵਾਲਾ ਕੰਸੈਪਟ ਆ, ਫਾਦਰ ਆਫ ਲੋਕਲ ਗਵਰਨਮੈਂਟ ਇਨ ਇੰਡੀਆ, ਇਹਦੇ 'ਚ ਨਾਮ ਆਉਂਦਾ ਲਾਰਡ ਰਿਪਨ ਦਾ। ਲਾਰਡ ਰਿਪਨ ਦਾ ਕਾਰਜਕਾਲ ਸੀ 1879 ਤੋਂ ਲੈ ਕੇ 1884 ਤੱਕ। ਓਕੇ, ਇਹ ਵਾਇਸਰਾਏ ਸੀਗਾ, ਤਾਂ ਇਸੇ ਨੂੰ ਕਿਹਾ ਜਾਂਦਾ ਮੇਗਨਾ ਕਾਰਟਾ। ਲੱਗੀ ਸਮਝ? ਇਹਦਾ ਬੱਚੇ ਬੜਾ ਸੌਖਾ ਜਿਹਾ ਕੰਮ ਆ। ਤਾਂ ਆਪਣਾ ਸੰਵਿਧਾਨ ਲਾਗੂ ਹੋਇਆ 26 ਜਨਵਰੀ 1950, ਸਭ ਨੂੰ ਪਤਾ, ਪਰ ਜਿਹੜਾ ਲੋਕਲ ਗਵਰਨਮੈਂਟ ਦਾ ਕੰਸੈਪਟ ਆ ਉਹ ਆਪਾਂ ਆਰਟੀਕਲ 40 ਦੇ ਵਿੱਚ ਪਾ ਕੇ ਛੱਡਤਾ ਸੀ। ਆਰਟੀਕਲ 40 ਕਾਹਦੇ 'ਚ ਆਉਂਦਾ? DPSP ਦੇ ਵਿੱਚ ਆਉਂਦਾ। DPSP ਪਾਰਟਸ ਸੰਵਿਧਾਨ ਦੇ ਕਿਹੜੇ 'ਚ? ਚੌਥੇ 'ਚ। ਆਰਟੀਕਲ 37 ਤੋਂ 51 ਤੱਕ ਉਹਦੇ ਨਾਲ, ਆਰਟੀਕਲ 40 ਦੇ ਵਿੱਚ ਲਿਖ ਕੇ ਛੱਡਤਾ, ਜਿਹੜੀ ਸਟੇਟ ਨੂੰ ਲੱਗੂਗੀ ਗ੍ਰਾਮ ਪੰਚਾਇਤ ਆਪਦੀ ਲੋਕਲ ਲੈਵਲ 'ਤੇ ਉਹ ਕਰ ਸਕਦੀ ਆ, ਠੀਕ ਆ। ਇਸ ਤੋਂ ਬਾਅਦ ਹੁਣ ਜਿਹੜੀਆਂ ਇਹਦੇ ਲਈ ਕਮੇਟੀਆਂ ਬਣੀਆਂ ਨੇ ਤਾਂ ਉਹਨਾਂ ਦੇ ਬਾਰੇ ਆਪਾਂ ਹੁਣ ਗੱਲ ਕਰਾਂਗੇ ਵੀ ਕਿਹੜੀ ਕਿਹੜੀ ਕਮੇਟੀ ਬਣੀ ਆ, ਕਿਹੜੀ ਕਮੇਟੀ ਨੇ ਕੀ ਰਿਕਮੈਂਡ ਕੀਤਾ। ਇਸ ਤੋਂ ਬਾਅਦ ਬੱਚੇ ਦੇਖੋ ਤੁਸੀਂ ਇਹਦੇ MCQ ਦੇਖ ਸਕਦੇ ਹੋ, ਕਿਤੋਂ ਵੀ ਨੈੱਟ 'ਤੇ ਲੱਭ ਲਿਓ ਜਾਂ ਤੁਹਾਨੂੰ ਜਿੱਥੇ ਵੀ ਲੱਗੇ। ਤਾਂ ਵੈਸੇ ਬਾਕੀ ਤੁਸੀਂ ਕਲਾਸ ਨੂੰ 1-2 ਵਾਰ ਧਿਆਨ ਦੇ ਨਾਲ ਦੇਖ ਲਿਆ ਤਾਂ ਤੁਹਾਡਾ ਕੁਐਸਚਨ ਇਹਦੇ ਵਿੱਚੋਂ ਨਹੀਂ ਕੋਈ ਫਸੂਗਾ। ਓਕੇ, ਹੁਣ ਦੇਖੋ ਫਾਦਰ ਆਫ ਪੰਚਾਇਤੀ ਰਾਜ ਦਾ ਬਲਵੰਤ ਰਾਏ ਮਹਿਤਾ ਗਾ, ਅਤੇ ਜਿਹੜਾ ਫਾਦਰ ਆਫ ਦਾ ਲੋਕਲ ਗਵਰਨਮੈਂਟ ਇਨ ਇੰਡੀਆ ਉਹ ਲਾਰਡ ਰਿਪਨ ਆ। ਹੁਣ ਜਿਹੜਾ ਨੈਸ਼ਨਲ ਪੰਚਾਇਤੀ ਰਾਜ ਦੇ 24 ਅਪ੍ਰੈਲ ਨੂੰ ਆਪਾਂ ਹਰ ਸਾਲ ਕਰਦੇ ਹਾਂ, ਇਹਦੇ 'ਚ ਬੈਸਟ ਪੰਚਾਇਤਸ ਹੁੰਦੀਆਂ ਨੇ ਉਹਨਾਂ ਨੂੰ ਅਵਾਰਡ ਦਿੱਤੇ ਜਾਂਦੇ ਆ। ਤਾਂ ਇਹਦੇ ਬਾਰੇ ਆਪਾਂ ਸੈਪਰੇਟ ਵੀਡੀਓ ਬਣਾਈ ਹੋਈ ਸੀ ਵੀ ਇਹਦੇ 'ਚੋਂ ਪੰਚਾਇਤ ਆ ਜਿਹੜਾ ਇਹ ਇਕੱਲੀ ਸਟੇਟ ਨੂੰ ਦਿੱਤਾ ਜਾਂਦਾ ਜਾਂ UT ਨੂੰ ਦਿੱਤਾ ਜਾਂਦਾ, ਇਹ ਲੋਕਲ ਲੈਵਲ 'ਤੇ ਨਹੀਂ ਦਿੱਤਾ ਜਾਂਦਾ। ਇੱਕ ਹੁੰਦਾ ਚਾਈਲਡ ਫਰੈਂਡਲੀ ਗ੍ਰਾਮ ਪੰਚਾਇਤ ਅਵਾਰਡ ਦਿੰਦੀ ਆ, ਗ੍ਰਾਮ ਪੰਚਾਇਤ ਡਿਵੈਲਪਮੈਂਟ ਪਲਾਨ ਅਵਾਰਡ ਆ, ਇੱਕ ਨਾਨਾ ਜੀ ਦੇਸ਼ਮੁਖ ਰਾਸ਼ਟਰੀ ਗੌਰਵ ਗ੍ਰਾਮ ਸਭਾ ਪੁਰਸਕਾਰ ਅਵਾਰਡ ਆ, ਦੀਨ ਦਿਆਲ ਉਪਾਧਿਆ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਆ। ਇਹ 5 ਤਰ੍ਹਾਂ ਦੇ ਅਵਾਰਡ ਨੇ ਜਿਹੜੇ ਨੈਸ਼ਨਲ ਪੰਚਾਇਤੀ ਰਾਜ ਡੇ ਦੇ ਉੱਪਰ ਦਿੱਤੇ ਜਾਂਦੇ ਆ। ਡਨ। ਹੁਣ ਦੇਖੋ ਇਹਦੇ 'ਚ ਆਪਾਂ ਗੱਲ ਕਰਦੇ ਹਾਂ ਵੀ ਕਿਹੜੀਆਂ ਕਿਹੜੀਆਂ ਕਮੇਟੀਆਂ ਬਣੀਆਂ। ਤਾਂ ਬੱਚੇ ਦੇਖੋ ਕਮੇਟੀਆਂ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਦੱਸਦਾ, ਤੁਸੀਂ ਯਾਦ ਰੱਖਣਾ, ਕਮੇਟੀਆਂ ਯਾਦ ਰੱਖਣ ਦੇ ਲਈ ਤੁਸੀਂ ਸ਼ਬਦ ਯਾਦ ਰੱਖਣਾ BAGS, ਯਾਨੀ ਕਿ ਬੈਗਸ। ਓਕੇ, ਬਸ ਬੈਗਸ ਦੇ ਨਾਲ ਤੁਸੀਂ ਯਾਦ ਰੱਖਣਾ B81, ਬਸ ਇੱਥੋਂ ਤੁਹਾਡਾ ਕੰਮ ਆ ਜਿਹੜਾ ਉਹ ਸਾਰਾ ਬਣ ਜੂਗਾ। ਓਕੇ, ਹੁਣ ਦੇਖੋ B ਤੇ ਤਾਂ ਹੈਗਾ ਬਲਵੰਤ ਰਾਏ ਮਹਿਤਾ ਕਮੇਟੀ, ਔਰ A ਤੇ ਹੈਗਾ ਅਸ਼ੋਕ ਮਹਿਤਾ, ਔਰ G ਤੇ ਹੈਗਾ GBK ਰਾਓ। ਇਹ ਸਾਰੀਆਂ ਕਮੇਟੀਆਂ ਨੇ ਬੱਚੇ ਕਿ ਮਤਲਬ ਕਮੇਟੀ ਹਮੇਸ਼ਾ ਆਪਦੇ ਉਹਦੇ ਨਾਮ 'ਤੇ ਹੁੰਦੀ ਆ। ਅਤੇ ਜਿਹੜੀ S ਤੇ ਆ ਉਹ ਵੈਸੇ ਤਾਂ LM ਸਿੰਘ ਵੀ ਆ, ਪਰ ਆਪਾਂ ਉਹਨੂੰ ਸਿੰਘ ਵੀ ਕਹਿ ਕੇ ਤੁਸੀਂ ਯਾਦ ਕਰ ਸਕਦੇ ਹੋ, ਵੈਸੇ LM ਸਿੰਘ ਵੀ ਨਾਲ ਲੱਗਦਾ ਹੀ ਆ। ਦੇਖੋ ਆਹ ਕਮੇਟੀਆਂ ਤਾਂ ਤੁਹਾਨੂੰ ਯਾਦ ਹੋ ਗਈਆਂ। ਤੁਸੀਂ ਇੱਕ ਸ਼ਬਦ ਯਾਦ ਰੱਖਣਾ ਪੰਚਾਇਤੀ ਰਾਜ। ਪੰਚਾਇਤੀ ਰਾਜ ਦੇ ਵਿੱਚ ਅੱਛਾ ਕਮੇਟੀਆਂ ਬਣੀਆਂ ਨੇ। ਜੇ ਕੋਈ ਤੁਹਾਨੂੰ ਪੁੱਛ ਲੇ ਵੀ ਕਮੇਟੀਆਂ ਬਣੀਆਂ, ਤੁਸੀਂ ਕਹੋਗੇ ਹਾਂ ਕੀ ਬਣਿਆ ਬੈਗਸ।
ਉਹ ਬੈਗਸ ਇਹ ਕੀ ਹੁੰਦਾ, ਉਹਦੇ ਅਗਲੇ ਦਿਨ ਯਾਦ ਕਰਾਓ ਵੀ ਬੀ ਫॉर ਬਲਵੰਤ ਰਾਏ, ਏ ਫॉर ਅਸ਼ੋਕ ਮਹਿਤਾ, ਜੀ ਫॉर GVK ਰਾਓ, ਐਸ ਫॉर ਸਿੰਘ ਵੀ ਜਾਨੀ ਕਿ LM ਸਿੰਘ ਵੀ ਕਮੇਟੀ। ਤਾਂ ਹੁਣ ਜਿਹੜਾ ਆਪਾਂ 2081 ਲਿਖਿਆ ਇਹ ਤੁਹਾਡੇ ਮਨ 'ਚ ਆਊਗਾ ਵੀ ਇਹ ਕੀ ਚੀਜ਼ ਆ। ਹੁਣ ਦੇਖੋ ਬੱਚੇ, ਇਹ ਸਾਰੀਆਂ ਚੀਜ਼ਾਂ 19 ਤਾਂ ਇਹਨਾਂ ਦੇ ਮੂਹਰੇ ਲੱਗਣਾ ਹੀ ਲੱਗਣਾ, ਕਿਉਂਕਿ ਇਹ ਸਾਰਾ ਜਿਹੜਾ ਪ੍ਰੋਸੀਜਰ ਹੋਇਆ ਉਹ 19 ਵਾਲੇ ਉਹਦੇ 'ਚ ਹੀ ਹੋਇਆ। ਤਾਂ ਜਿਹੜਾ ਪਹਿਲਾਂ ਲਾਇਆ ਆਪਾਂ, ਤੁਸੀਂ ਇਕੱਲੀ ਪਹਿਲੀ ਯਾਦ ਰੱਖਣੀ ਆ ਬਸ, ਜਿਹੜੀ ਬਲਵੰਤ ਰਾਏ ਮਹਿਤਾ ਕਮੇਟੀ ਹੈ ਇਹਨੂੰ ਤੁਸੀਂ ਖੁਦ ਯਾਦ ਰੱਖਣਾ ਵੀ 1900 ਕਿੰਨੇ ਦੇ ਵਿੱਚ ਆ, ਇਹ 57 ਦੇ ਵਿੱਚ ਆ। ਬਲਵੰਤ ਰਾਏ ਮਹਿਤਾ ਇਹੀ ਆਪਣੇ ਕੌਣ ਨੇ, ਫਾਦਰ ਕਿਹਦੇ ਨੇ, ਇਹ ਪੰਚਾਇਤੀ ਰਾਜ ਦੇ। ਓਕੇ, ਪਹਿਲੀ ਯਾਦ ਰੱਖਿਓ ਵੀ ਬਲਵੰਤ ਰਾਏ ਮਹਿਤਾ, ਆਹ ਬੈਗਸ ਨਾਲ ਤੁਹਾਨੂੰ ਇਹਦਾ ਸੀਰੀਜ਼ ਵਾਈਜ਼ ਯਾਦ ਰਹਿ ਜਾਣਗੀਆਂ ਵੀ ਕਿਹੜੀ ਕਿਹੜੀ ਕਦੋਂ ਆ। ਤੇ 2081 ਤੁਹਾਡੇ ਵੀ ਧਿਆਨ 'ਚ ਰਹਿ ਜੂ। ਹੁਣ ਦੇਖੋ ਇਹਦਾ 2081 ਲਿਖਣ ਦਾ ਕਾਰਨ ਕੀ ਆ। ਪਹਿਲੀ ਕਮੇਟੀ ਬਾਅਦ ਯਾਦ ਰੱਖਣੀ ਆ ਵੀ 1957 ਦੇ ਵਿੱਚ ਆਈ ਆ। ਤਾਂ ਜਿਹੜਾ ਪਹਿਲਾ 20 ਆ ਇਹਦੇ ਵਿੱਚ 20 ਐਡ ਕਰ ਦਿਓ। ਜਦੋਂ ਤੁਸੀਂ ਇਹਦੇ 'ਚ 20 ਐਡ ਕੀਤੇ ਦੈਨ ਇਹ ਆ ਗਿਆ 1977। ਤਾਂ ਪਤਾ ਲੱਗ ਗਿਆ 20 ਕਿਉਂ ਲਿਖਿਆ ਸੀ, ਕਿਉਂਕਿ ਇਹਨਾਂ ਦੇ ਵਿਚਾਲੇ 20 ਸਾਲ ਬਾਅਦ ਅਸ਼ੋਕ ਮਹਿਤਾ ਕਮੇਟੀ ਆ ਜਿਹੜੀ ਇਹ ਵਾਲੀ ਕਮੇਟੀ ਫਾਰਮ ਹੋਈ ਸੀ, ਬਣੀ ਸੀ। ਇਸ ਤੋਂ ਬਾਅਦ ਜਿਹੜਾ 8 ਆ ਤਾਂ ਇਹਦੇ ਵਿੱਚ 8 ਐਡ ਕਰ ਦਿਓ। ਦੈਨ ਇਸ ਤੋਂ ਬਾਅਦ ਜਿਹੜੀ ਕਮੇਟੀ ਆਈ 1985 ਦੇ ਵਿੱਚ GVK ਰਾਓ ਕਮੇਟੀ ਬਣੀ। ਇਸ ਤੋਂ ਬਾਅਦ ਜਿਹੜਾ 1 ਲਿਖਿਆ ਉਹ ਇਹਦੇ ਵਿੱਚ 1 ਐਡ ਕਰ ਦਿਓ। ਤਾਂ ਇਸ ਤੋਂ ਬਾਅਦ ਇੱਥੇ 86 ਦੇ ਵਿੱਚ ਜਿਹੜੀ ਕਮੇਟੀ ਬਣੀ ਸੀ LM ਸਿੰਘ ਵੀ ਕਮੇਟੀ ਬਣੀ ਸੀ। ਤਾਂ ਇਹ ਤੁਹਾਡੀ ਇੱਕ ਟ੍ਰਿਕ ਕਹਿ ਲਓ ਤੁਸੀਂ, ਜਾਂ ਫਿਰ ਕਮੇਟੀਆਂ ਦੇ ਬਾਰੇ ਯਾਦ ਰੱਖਣ ਲਈ ਬੈਗਸ 2081 ਤੇ ਬਲਵੰਤ ਰਾਏ ਮਹਿਤਾ ਨਾਲੇ ਤਾਂ ਫਾਦਰਾ ਪੰਚਾਇਤੀ ਰਾਜ ਦਾ ਭਾਰਤ ਦੇ ਵਿੱਚ, ਔਰ 1957 ਦੇ ਵਿੱਚ ਇਹ ਕਮੇਟੀ ਜਿਹੜੀ ਸੀ ਇਹ ਬਣ ਕੇ ਤਿਆਰ ਹੋਈ ਆ। ਓਕੇ, ਹੁਣ ਆਪਾਂ ਗੱਲ ਕਰੀਏ ਵੀ ਜਿਹੜੀ ਬਲਵੰਤ ਰਾਏ ਮਹਿਤਾ ਕਮੇਟੀ ਸੀਗੀ ਇਹ ਵੈਸੇ IAS 2016 ਦੇ ਵਿੱਚ UPSC ਨੇ ਇਹਦੀਆਂ ਸ਼ਰਤਾਂ ਸੀ ਜਿਹੜੀਆਂ ਉਹਨਾਂ ਦੇ ਬਾਰੇ ਕੁਐਸਚਨ ਆਲਰੇਡੀ ਕੀਤਾ ਹੋਇਆ ਬੱਚੇ। ਬਾਕੀ ਹੋਰ ਵੇਰੀਅਸ ਐਗਜ਼ਾਮ ਨੇ, ਮੈਂ ਤੁਹਾਨੂੰ UPSC ਨੇ ਵੀ ਤਾਂ ਕਰਕੇ ਰਿਕਮੈਂਡੇਸ਼ਨ ਨੇ ਜਿਹੜੀਆਂ ਇਹਨਾਂ ਦੀਆਂ ਜ਼ਰੂਰੀ ਹੋ ਜਾਂਦੀਆਂ, ਕਿਉਂਕਿ ਉਹ ਆਲਰੇਡੀ ਇਹਨਾਂ ਦੇ ਉੱਤੇ ਸਵਾਲ ਕਰ ਚੁੱਕੀ ਆ। ਬਾਕੀ ਜਿਹੜੇ PCS ਹੁੰਦੇ ਆ ਬਹੁਤ ਸਾਰੇ ਤਾਂ ਉਹੀ ਸਵਾਲ ਚੱਕ ਲੈਂਦੇ ਆ ਤਕਰੀਬਨ। ਤਾਂ ਬੱਚੇ ਦੇਖੋ, ਤਾਂ ਕਹਿੰਦੇ ਹੁੰਦੇ ਆ ਵੀ ਜਿਹੜਾ ਔਖਾ ਪੇਪਰ ਹੋਵੇ ਉਹਨੂੰ ਵੀ ਤੁਸੀਂ ਲਾਉਣ ਦੀ ਟਰਾਈ ਕਰਨੀ ਆ। ਆਪਾਂ ਹਮੇਸ਼ਾ ਤੁਹਾਨੂੰ ਰਿਕਮੈਂਡ ਕਰਦੇ ਹਾਂ ਜਿਹੜਾ ਟੌਪਿਕ ਤੁਹਾਨੂੰ ਕਰਵਾਤਾ ਦੈਨ ਤੁਸੀਂ ਉਹਦਾ ਅੱਗੇ UPSC ਲੈਵਲ ਦਾ ਚੱਕ ਕੇ ਕੁਐਸਚਨ ਲਾ ਕੇ ਦੇਖੋ ਵੀ ਹਾਂ ਤੁਹਾਡਾ ਕਿੱਥੇ ਤੱਕ ਕੰਟੈਂਟ ਪਹੁੰਚ ਰਿਹਾ। ਠੀਕ ਆ, ਤਾਂ ਇਹਨੇ ਕਿਹਾ ਵੀ ਫਾਰਮੇਸ਼ਨ ਪੰਚਾਇਤੀ ਰਾਜ ਹੋਣਾ ਚਾਹੀਦਾ। ਠੀਕ ਆ, ਦੂਸਰਾ 3 ਟਾਇਰ ਸਿਸਟਮ ਹੋਣਾ ਚਾਹੀਦਾ। ਚਲੋ ਇੱਥੇ ਆਪਾਂ ਇਹਨਾਂ ਦੀਆਂ ਰਿਕਮੈਂਡੇਸ਼ਨ ਲਿਖ ਲੈਂਦੇ ਹਾਂ। ਵੈਸੇ ਮੈਂ ਤੁਹਾਨੂੰ ਇਹ ਕਰਵਾਈਆਂ ਵੀ ਆ ਬਲਵੰਤ ਰਾਏ ਕਮੇਟੀ। ਹੁਣ ਇਹਦੀਆਂ ਜਿਹੜੀਆਂ ਰਿਕਮੈਂਡੇਸ਼ਨ ਸੀ ਤਾਂ ਇਹਨਾਂ ਨੇ ਕਿਹਾ ਵੀ ਪਹਿਲਾਂ ਪੰਚਾਇਤੀ ਰਾਜ ਹੋਣਾ ਚਾਹੀਦਾ, ਪੰਚਾਇਤੀ ਰਾਜ ਹੋਣਾ ਚਾਹੀਦਾ। ਦੂਸਰਾ ਇਹਨਾਂ ਨੇ ਕਿਹਾ 3 ਟਾਇਰ ਸਿਸਟਮ ਹੋਣਾ ਚਾਹੀਦਾ ਇਨ ਇੰਡੀਆ। ਤੇ ਤੀਸਰਾ ਇਹਨਾਂ ਨੇ ਕਿਹਾ D ਸੈਂਟਰਲਾਈਜੇਸ਼ਨ, ਮਤਲਬ ਕਿ ਵਿਕੇਂਦਰੀਕਰਨ, ਪਾਵਰ ਦਾ ਟੁੱਟ ਜਾਣਾ। ਮਤਲਬ ਪਹਿਲਾਂ ਕੇਂਦਰ ਕੋਲੇ ਪਾਵਰ ਆ ਵੀ ਹੁਣ ਉਹਦਾ ਤੁਸੀਂ ਵਿਕੇਂਦਰੀਕਰਨ ਕਰੋ ਡੈਮੋਕ੍ਰੈਟਿਕ ਤਰੀਕੇ ਦੇ ਨਾਲ, ਕਿ ਸ਼ਕਤੀ ਪੱਕੇ ਤੌਰ ਤੇ ਦੇਣੀ ਚਾਹੀਦੀ ਆ। ਠੀਕ ਆ, ਤਾਂ ਇਹਦੀਆਂ ਜਿਹੜੀਆਂ ਰਿਕਮੈਂਡੇਸ਼ਨ ਸੀਗੀਆਂ ਤਾਂ ਉਹ ਮੰਨ ਲਈਆਂ ਗਈਆਂ। ਫਿਰ ਇਸ ਤੋਂ ਬਾਅਦ ਹੀ ਰਾਜਸਥਾਨ ਦੇ ਵਿੱਚ ਉਹ ਜਿਹੜਾ ਹੁਣ ਆਪਾਂ ਪਹਿਲਾਂ ਪਿੱਛੇ ਫੈਕਟ ਕਰਕੇ ਹਟੇ ਹਾਂ ਵੀ ਕਿਹੜੇ ਕਿਹਨੇ ਕੀਤਾ। ਔਰ ਬਲਵੰਤ ਰਾਏ ਨੂੰ ਆਰਕੀਟੈਕਟ ਆਫ ਪੰਚਾਇਤ ਵੀ ਕਿਹਾ ਜਾਂਦਾ ਇੰਡੀਆ ਦੇ ਵਿੱਚ। ਇਹਨਾਂ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ, ਆਰਕੀਟੈਕਟ ਆਫ ਪੰਚਾਇਤ। ਤਾਂ ਇਹ ਬਲਵੰਤ ਰਾਏ ਕਮੇਟੀ ਬਾਰੇ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇਹ ਕਮੇਟੀ ਕਦੋਂ ਫਾਰਮ ਹੋਈ ਸੀ, 1957 ਦੇ ਵਿੱਚ ਇਹ ਫਾਰਮ ਹੋਈ ਆ। ਔਰ ਇਸੇ ਨੂੰ ਕਿਹਾ ਜਾਂਦਾ ਫਾਦਰ ਆਫ ਦਾ ਪੰਚਾਇਤੀ ਰਾਜ। ਓਕੇ, ਇਸ ਤੋਂ ਬਾਅਦ ਦੂਸਰੀ ਕਮੇਟੀ ਬਣੀ ਅਸ਼ੋਕ ਮਹਿਤਾ। ਤਾਂ ਆਪਾਂ ਕਿਹਾ ਵੀ ਉਹ ਤੋਂ 20 ਸਾਲ ਬਾਅਦ ਆਈ ਆ। ਜੇ ਉਹ 57 'ਚ ਬਣੀ ਆ 66 77 ਤਾਂ 77 ਦੇ ਵਿੱਚ ਇਹ ਅਗਲੀ ਆ ਗਈ। ਤਾਂ ਇਹਦੀਆਂ ਰਿਕਮੈਂਡੇਸ਼ਨ ਕੀ ਸੀ, ਇਹਨੇ ਕਿਹਾ ਵੀ 2 ਟਾਇਰ ਸਿਸਟਮ ਹੀ ਹੋਣਾ ਚਾਹੀਦਾ। ਉਹ 3 ਟਾਇਰ ਸਿਸਟਮ ਕਹਿੰਦੇ ਸੀ, ਇਹ ਕਹਿੰਦੇ ਵੀ 2 ਟਾਇਰ ਸਿਸਟਮ ਹੋਣਾ ਚਾਹੀਦਾ। ਤਾਂ ਕਿਹੜਾ ਕਿਹੜਾ, ਇੱਕ ਤਾਂ ਇਹ ਕਹਿੰਦੇ ਵੀ ਹੋਣਾ ਚਾਹੀਦਾ ਆਪਣੇ ਜ਼ਿਲ੍ਹਾ ਪੰਚਾਇਤ ਹੋਣੀ ਚਾਹੀਦੀ ਆ। ਦੂਸਰਾ ਇਹਨਾਂ ਨੇ ਕਿਹਾ ਮੰਡਲ ਪੰਚਾਇਤ। ਤਾਂ ਇਹਦੇ ਵਿੱਚ ਹੀ ਮਤਲਬ ਕਿ ਗ੍ਰਾਮ ਪਲੱਸ ਬਲਾਕ ਦੋਨਾਂ ਨੂੰ ਜੋੜ ਕੇ ਇਹ ਬਣਾਉਂਦੇ ਸੀ ਮੰਡਲ ਪੰਚਾਇਤ। ਤਾਂ ਇਹਨੇ ਕਿਹਾ 2 ਟਾਇਰ ਸਿਸਟਮ ਹੋਣਾ ਚਾਹੀਦਾ, ਇੱਕ ਜ਼ਿਲ੍ਹਾ ਪੰਚਾਇਤ ਹੋਵੇ ਤੇ ਦੂਸਰਾ ਜਿਹੜਾ ਗ੍ਰਾਮ ਤੇ ਬਲਾਕ ਆ ਉਹਨਾਂ ਨੂੰ ਇਕੱਠਾ ਕਰਕੇ ਇੱਕ ਮੰਡਲ ਪੰਚਾਇਤ ਹੋਣੀ ਚਾਹੀਦੀ ਆ। ਤਾਂ ਇਹਨਾਂ ਦੀਆਂ ਜਿਹੜੀਆਂ ਰਿਕਮੈਂਡੇਸ਼ਨ ਸੀਗੀਆਂ ਸਰਕਾਰ ਨੇ ਕਰਤੀਆਂ ਰਿਜੈਕਟ। ਤਾਂ ਇਹਦੀਆਂ ਜਿਹੜੀਆਂ ਰਿਕਮੈਂਡੇਸ਼ਨ ਸੀਗੀਆਂ ਉਹ ਰਿਜੈਕਟ ਹੋ ਗਈਆਂ। ਓਕੇ, ਤਾਂ ਅਸ਼ੋਕ ਮਹਿਤਾ ਕਮੇਟੀ ਕਲੀਅਰ ਆ। ਓਕੇ, ਤਾਂ ਇਸ ਤੋਂ ਬਾਅਦ ਆਈ GVK
GVK ਰਾਓ ਕਮੇਟੀ ਇਹ ਬਣੀ ਸੀ 1985 ਦੇ ਵਿੱਚ। ਉਹੀ ਬੈਕਸ ਵਾਲੀ ਟ੍ਰਿਕ, ਬੈਕਸ 2081 ਉਹਨੂੰ ਯਾਦ ਰੱਖਣਾ। ਪਹਿਲੀ 57 ਦੇ ਵਿੱਚ ਪਹਿਲੀ 'ਚ 20 ਜੋੜ ਦਿਓ, ਫਿਰ ਇਹ ਤੋਂ ਬਾਅਦ 8 ਜੋੜ ਦਿਓ, ਫਿਰ 1 ਜੋੜ ਦਿਓ। ਤਾਂ 77 ਦੇ ਇਹਦੇ 'ਚ ਆਪਣਾ 1985 ਦੇ ਵਿੱਚ GVK ਰਾਓ ਆਈ। ਤਾਂ ਇਹਨੇ ਕੀ ਰਿਕਮੈਂਡ ਕੀਤਾ, ਇਹ ਕਹਿੰਦਾ ਵੀ 4 ਟਾਇਰ ਸਿਸਟਮ। ਪਹਿਲੇ ਨੇ 3 ਟਾਇਰ ਕਿਹਾ, ਦੂਸਰੇ ਨੇ 2 ਟਾਇਰ ਕਿਹਾ, ਅਤੇ ਜਿਹੜੀ GVK ਰਾਓ ਆਈ ਇਹ ਕਹਿੰਦਾ ਨਹੀਂ ਨਾ 2 ਨਾ 3, ਤੁਸੀਂ 4 ਟਾਇਰ ਸਿਸਟਮ ਕਰੋ। ਠੀਕ ਆ, 3 ਤਾਂ ਮਤਲਬ ਉਹੀ ਸੀਗੇ, 3 ਤਾਂ ਪੁਰਾਣੇ। ਹੁਣ ਮੈਂ ਸਾਰੇ ਨਹੀਂ ਲਿਖਦਾ, ਮੈਂ ਤੁਹਾਨੂੰ ਬਸ ਨਵਾਂ ਦੱਸ ਦਿੰਦਾ। ਤਾਂ ਇਹ ਕਹਿੰਦੇ ਵੀ ਰਾਜਿਆ ਵਿਕਾਸ ਸੰਸਥਾਨ ਨੇ ਜਿਹੜੇ ਹੋਣੇ ਚਾਹੀਦੇ ਆ। ਬਸ ਆਹ ਚੀਜ਼ ਇਹਨਾਂ ਲਈ ਨਿਊ ਸੀਗੀ। ਬਾਕੀ ਇਹਨਾਂ ਨੇ ਗੱਲ ਕੀਤੀ ਸੀ, ਆਪਾਂ ਕੀ ਕਹਾਂਗੇ ਉਹਨੂੰ, ਰਾਖਵਾਂਕਰਨ, ਰਿਜ਼ਰਵੇਸ਼ਨ ਦੀ ਗੱਲ ਕਰੀ। ਕਿਹਨਾਂ ਦੇ ਲਈ? SC ST, ਵੀ ਉਹਨਾਂ ਦੀ ਪਾਪੂਲੇਸ਼ਨ ਦੇ ਅਕੋਰਡਿੰਗਲੀ ਉਹਨਾਂ ਨੂੰ ਰਿਜ਼ਰਵੇਸ਼ਨ ਮਿਲਣਾ ਚਾਹੀਦਾ, SC ਔਰ ST ਨੂੰ। ਤਾਂ ਇਹ ਕਰਨ ਵਾਲੇ ਕੌਣ ਸੀ? GVK ਰਾਓ ਕਮੇਟੀ 1985 ਦੇ ਵਿੱਚ ਬਣੀ ਸੀ। ਇਸ ਤੋਂ ਬਾਅਦ ਜਿਹੜੀ ਲਾਸਟ ਕਮੇਟੀ ਬਣੀ LM ਸਿੰਘਵੀ ਕਮੇਟੀ, ਇਹ 1 ਸਾਲ ਬਾਅਦ ਹੀ ਬਣ ਗਈ ਸੀ। ਤਾਂ LM ਦੀ ਫੁੱਲ ਫਾਰਮ ਹੈਗੀ ਲక్ష్ਮੀ ਮੱਲ। ਵੈਸੇ ਇਹ ਤਾਂ ਨਹੀਂ ਕਿਤੇ ਆਉਂਦਾ ਤੁਹਾਨੂੰ, ਪਰ ਫਿਰ ਵੀ ਕਈ ਬੱਚਿਆਂ ਦੇ ਮਨ ਦੇ ਵਿੱਚ ਡਾਊਟ ਰਹਿ ਜਾਂਦਾ ਵੀ ਹਰੇਕ ਚੀਜ਼ ਦਾ ਸ਼ਾਰਟ ਫਾਰਮ ਹੁੰਦੀ ਆ। LM ਦਾ ਮਤਲਬ ਲక్ష్ਮੀ ਮੱਲ ਆ। ਤਾਂ ਇਹਨਾਂ ਦੀ ਰਿਕਮੈਂਡੇਸ਼ਨ ਸੀ ਜਿਹੜੀ ਉਹ ਕੀ ਸੀਗੀ, ਇਹਨੂੰ ਤੁਸੀਂ ਥੋੜ੍ਹਾ ਜਿਹਾ ਦੇਖ ਲਓ ਧਿਆਨ ਦੇ ਨਾਲ। ਤਾਂ ਇਹਨਾਂ ਨੇ ਕਿਹਾ ਜਿਹੜੀ ਲੋਕਲ ਗਵਰਨਮੈਂਟ ਆ ਉਹਨੂੰ ਤੁਸੀਂ ਕੌਨਸਟੀਟਿਊਸ਼ਨਲ ਰਾਈਟ ਦਿਓ, ਮਤਲਬ ਸੰਵਿਧਾਨਕ ਤੌਰ 'ਤੇ ਉਹਨਾਂ ਨੂੰ ਪਾਵਰ ਮਿਲਣੀ ਚਾਹੀਦੀ ਆ। ਔਰ ਇਹਨਾਂ ਨੇ ਕਿਹਾ SC ST ਲਈ ਜਿਹੜਾ ਰਾਖਵਾਂਕਰਨ ਆ, ਰਿਜ਼ਰਵੇਸ਼ਨ ਆ, ਉਹ 33% ਇਹਦਾ ਹੋਣਾ ਹੀ ਚਾਹੀਦਾ, ਪਲੱਸ 33% ਮਤਲਬ ਕਿ ਵੂਮਨ ਦੀ ਹੋਣੀ ਚਾਹੀਦੀ ਆ। SC ST ਦੀ ਠੀਕ ਆ, 33% ਵੂਮਨ ਦੀ ਹੋਣੀ ਚਾਹੀਦੀ ਆ, ਪਰ ਕਈ ਸਟੇਟ ਦੇ ਵਿੱਚ 33 ਤੋਂ 50 ਤੱਕ ਇਹ ਚੀਜ਼ ਹੈਗੀ ਆ। ਫਿਰ ਇਸ ਤੋਂ ਬਾਅਦ ਇੱਕ ਕਮੇਟੀ ਆਉਂਦੀ ਆ, ਵੈਸੇ ਉਹਨੂੰ ਆਪਾਂ ਪੜ੍ਹਦੇ ਨਹੀਂ ਹੈਗੇ, ਤਾਂ ਕਈ ਵਾਰੀ ਤੁਹਾਡੇ ਐਗਜ਼ਾਮ ਦੇ ਵਿੱਚ ਆ ਸਕਦੀ ਆ, PK ਥੁੰਗਨ ਕਮੇਟੀ। ਬਸ ਇਹਦਾ ਧਿਆਨ 'ਚ ਰੱਖਿਓ ਵੀ ਕਦੋਂ ਬਣੀ ਸੀ, 1988 ਦੇ ਵਿੱਚ ਬਣੀ ਸੀ, ਔਰ ਇਹਨੇ ਸਪੋਰਟ ਕੀਤੀ ਇਹਨੂੰ। LM ਸਿੰਘਵੀ ਕਮੇਟੀ ਨੂੰ ਕੀ ਕੀਤਾ, ਸਪੋਰਟ ਕੀਤੀ ਇਹਨੇ। ਤਾਂ ਇਸ ਤੋਂ ਬਾਅਦ ਜਿਹੜੀਆਂ ਸਟੇਟਸ ਨੇ 50% ਵੂਮਨ ਨੂੰ ਰਿਜ਼ਰਵੇਸ਼ਨ ਦਿੱਤੀ ਹੋਈ ਆ, ਉਹ ਕਿਹੜੀਆਂ ਨੇ? ਪੰਜਾਬ, ਹਿਮਾਚਲ, UK, ਉੜੀਸਾ, ਕੇਰਲਾ, ਰਾਜਸਥਾਨ, ਬਿਹਾਰ, ਝਾਰਖੰਡ, ਤਾਂ ਹਰਿਆਣਾ। ਇਹ ਉਹ ਸਟੇਟਸ ਨੇ ਜਿਨ੍ਹਾਂ ਦੇ ਵਿੱਚ 50% ਵੂਮਨ ਆਪਣਾ ਰਿਜ਼ਰਵੇਸ਼ਨ ਪਹੁੰਚੀ ਪਈ ਆ। ਇਸ ਤੋਂ ਬਾਅਦ ਆਪਾਂ ਦੇਖੀਏ LM ਸਿੰਘਵੀ ਕਮੇਟੀ ਦੀਆਂ ਰਿਕਮੈਂਡੇਸ਼ਨ ਨੇ ਜਿਹੜੀਆਂ ਉਹ ਮੰਨੀਆਂ ਗਈਆਂ। ਫਿਰ ਸੰਵਿਧਾਨ ਦੇ ਵਿੱਚ 73ਵੀਂ ਅਮੈਂਡਮੈਂਟ ਹੋਈਆਂ 1992 ਦੇ ਵਿੱਚ ਲਾਗੂ। ਇੱਕ 24 ਅਪ੍ਰੈਲ ਨੂੰ ਹੁੰਦੀ ਆ 73ਵੀਂ, ਦੂਸਰੀ 1 ਜੂਨ 1993 ਨੂੰ ਲਾਗੂ ਹੁੰਦੀ ਆ। ਤਾਂ ਹੁਣ ਇਹਨਾਂ ਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਸ ਕੀ ਆ ਉਹ ਦੇਖ ਲਓ। ਇੱਧਰ 73ਵੀਂ CAA, ਇੱਧਰ ਤੁਸੀਂ ਲਿਖੋ 74ਵੀਂ CAA। ਹੁਣ ਅੱਜ ਦਾ ਤਾਂ ਹੈਗਾ ਪਾਰਟ 9, ਇਹਦਾ ਪਾਰਟ ਹੈਗਾ 9A। ਪਹਿਲਾਂ ਤਾਂ ਇਹੀ ਫਰਕ ਹੋ ਗਿਆ। ਹੁਣ ਜਿਹੜੇ ਇਹਦੇ ਆਰਟੀਕਲ ਨੇ ਉਹ ਹੈਗੇ ਨੇ 243 ਤੋਂ ਲੈ ਕੇ 243O ਤੱਕ। ਫਿਰ ਆਹ 243O ਜਾਣੀ ਕਿ ਉਹ 'ਤੇ ਖਤਮ ਹੋਇਆ, ਤਾਂ ਇਹ 243P ਤੋਂ ਲੈ ਕੇ Z ਤੱਕ ਖਤਮ ਹੋ ਗਏ। ਫਿਰ Z ਤੋਂ ਬਾਅਦ ਦੁਬਾਰੇ ਚੱਲ ਕੇ G ਤੱਕ ਜਾਂਦੇ ਆ। ਤਾਂ ਇਹਦੇ ਆਰਟੀਕਲ ਹੋ ਗਏ। ਤਾਂ ਇਹਦੇ 'ਚ ਜਿਹੜੇ ਇਹਨਾਂ ਦੇ ਸਬਜੈਕਟ ਨੇ, ਸਬਜੈਕਟ ਪੁੱਛੇ ਜਾਂਦੇ ਆ, ਸਬਜੈਕਟ ਹੈਗੇ ਨੇ 29। ਇਹਨਾਂ ਦੇ ਸਬਜੈਕਟ 29 ਨੇ, ਔਰ ਇਹਦੇ ਸਬਜੈਕਟ ਘੱਟ ਨੇ, ਜਾਣੀ ਕਿ 18 ਹੀ ਸਬਜੈਕਟ ਨੇ। ਡਨ। ਬਾਕੀ ਲਾਗੂ ਵਾਲੀ ਤਰੀਕ ਤਾਂ ਮੈਂ ਤੁਹਾਨੂੰ ਪਹਿਲੇ ਦੱਸਤੀ ਵੀ ਇਹ ਵਾਲਾ 24 ਅਪ੍ਰੈਲ ਨੂੰ ਹੋਇਆ ਸੀ 1993, ਅਤੇ ਇਹ ਹੋਇਆ ਸੀ 1 ਜੂਨ 1993। ਅਤੇ ਇਹਨਾਂ ਨੂੰ ਆਪਾਂ 24 ਅਪ੍ਰੈਲ ਵਾਲੇ ਨੂੰ ਪੰਚਾਇਤੀ ਰਾਜ ਦੇ ਵਿੱਚ ਮਨਾ ਦਿੰਦੇ ਹਾਂ। ਠੀਕ ਆ। ਕੁਛ ਕੁ ਇਹਨਾਂ ਦੇ ਇੰਪੋਰਟੈਂਟ ਆਰਟੀਕਲ ਨੇ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਲਿਓ ਵੀ ਜਿਹੜਾ ਤਾਂ 243 ਆਰਟੀਕਲ ਆ ਉਹਦੇ 'ਚ ਡੈਫੀਨੇਸ਼ਨ ਆ ਜਾਂਦੀ ਆ। ਅਤੇ ਇੱਕ ਤੁਹਾਡੀ ਗ੍ਰਾਮ ਸਭਾ ਜਿਨ੍ਹਾਂ ਦਾ ਵੋਟਰ ਲਿਸਟ ਦੇ ਵਿੱਚ ਨਾਂ ਹੁੰਦਾ, ਪਿੰਡ ਦੀ ਸੰਖਿਆ ਲੋਕ ਹੁੰਦੇ ਆ, ਉਹਨੂੰ ਇਹ ਕਿਹੜੇ ਆਰਟੀਕਲ 'ਚ ਆ? ਗ੍ਰਾਮ ਸਭਾ 243A। 243C ਇਹਦੇ 'ਚ ਇਹਦੀ ਕੰਪੋਜੀਸ਼ਨ ਯਾਨੀ ਕਿ ਬਣਤਰ। D ਦੇ ਵਿੱਚ ਕੀ ਆ? ਰਿਜ਼ਰਵੇਸ਼ਨ, ਜਿਹਦੀ ਆਪਾਂ ਹੁਣ ਗੱਲ ਕਰਕੇ ਹਟੇ, ਰਿਜ਼ਰਵੇਸ਼ਨ ਆਫ ਸੀਟਸ। ਇਸ ਤੋਂ ਬਾਅਦ
एक तुसीं इंपॉर्टेंट मार्क करियो 243 आई, ਇਹਦੇ 'ਚ ਹੁੰਦਾ ਸਟੇਟ ਦਾ फाइनांस कमीशन। ओके, ये बच्चे थोनों जरूरी आ। एक 243 के दोनों ही बड़े इंपॉर्टेंट ने। ये हुंदा स्टेट दा की कहांगे इहनूं आपां इलैक्शन कमीशन, चोण आयोग स्टेट दा। तां 243 आई ते के ये जरूरी ने भी थोनों दोने इंपॉर्टेंट ने, ये पता होने चाहिए आ। और जे उहदी गल करिए आपां ਜਿਹੜਾ ਇਹਦੇ ਆਪਣਾ 74ਵੀਂ ਅਮੈਂਡਮੈਂਟ ਵਾਲਾ ਮਿਊਨਿਸਪੈਲਿਟੀ ਦੇ ਲਈ ਸੀ, ਉਹਨਾਂ ਦੀ ਜਿਹੜੀ ਰਿਜ਼ਰਵੇਸ਼ਨ ਆ ਉਹ 243 ਦੇ ਵਿੱਚ ਆ। ਓਕੇ, ਬਾਕੀ ਇੱਕ ਹੋਰ ਆਪਾਂ ਰੱਖਣੀ ਆ ਗੱਲ ਯਾਦ ਵੀ ਜਿਹੜਾ ਸੰਵਿਧਾਨ ਦਾ ਆਪਣੇ 5th ਅਨੁਸੂਚੀ ਆ, ਯਾਨੀ ਕਿ 5th ਸ਼ਡਿਊਲ ਆ, ਉਹਦੇ ਵਿੱਚ ਇਹ ਵਾਲੇ ਐਕਟ ਨਹੀਂ ਚੱਲਦੇ, ਉੱਥੇ ਪੀਸਾ ਐਕਟ ਚੱਲਦਾ। ਪੀਸਾ ਐਕਟ 1996 ਇਹ ਵਾਲਾ ਲਾਗੂ ਹੁੰਦਾ 5th ਸ਼ਡਿਊਲ ਦੇ ਵਿੱਚ ਜਿਹੜੀਆਂ ਸਟੇਟਸ ਹੈਗੀਆਂ ਨੇ। ਸੇਮੀ ਵੀ ਉੱਥੇ ਆ ਜਾਂਦੀ ਆ, ਉੱਥੇ ਪੰਚਾਇਤੀ ਰਾਜ ਲਾਗੂ ਨਹੀਂ ਹੁੰਦਾ। ਤਕਰੀਬਨ 10-11 ਰਾਜ ਨੇ ਉੱਧਰ, ਤਾਂ ਉਹਨਾਂ ਦੇ ਲਈ ਭੂਰੀਆ ਕਮੇਟੀ ਦੀ ਸਿਫਾਰਿਸ਼ ਹੋਈ ਸੀ ਇੱਕ। ਠੀਕ ਆ, ਇਹ ਗੱਲ ਯਾਦ ਰੱਖਿਓ ਬੱਚੇ। ਇਹਦੇ ਨਾਲ ਤਾਂ ਵੈਸੇ ਚਲੋ ਜੁਆਇੰਟ ਕਰ ਹੀ ਲਿਓ। ਪੀਸਾ ਐਕਟ 1996 ਕਦੋਂ ਦਾ ਐਕਟ ਆ? 1996 ਦਾ। ਕਿਹੜੀ ਉਹਦੇ 'ਚ ਹੁੰਦਾ? ਜਿੱਥੇ 5ਵੀਂ ਤੇ 6ਵੀਂ ਅਨੁਸੂਚੀ ਦੇ ਵਿੱਚ ਜਿਹੜੇ ਸਟੇਟ ਪਾਏ ਹੋਏ ਆ ਉੱਥੇ ਪੰਚਾਇਤੀ ਰਾਜ ਲਾਗੂ ਨਹੀਂ ਹੁੰਦਾ, ਉੱਥੇ ਉਹਨਾਂ ਦੀ ਪੰਚਾਇਤ ਜਾਂ ਫਿਰ ਉਹਨਾਂ ਦੇ ਮਸਲੇ ਹੱਲ ਕਰਨ ਦੇ ਲਈ ਪੀਸਾ ਐਕਟ 1996 ਲਾਗੂ ਹੁੰਦਾ। ਇਹ ਕਿਹੜੀ ਕਮੇਟੀ ਦੇ ਅਕੋਰਡਿੰਗਲੀ ਹੋਇਆ ਸੀ? ਭੂਰੀਆ ਕਮੇਟੀ ਦੀ ਰਿਕਮੈਂਡੇਸ਼ਨ ਦੇ ਉੱਤੇ ਇਹ ਚੀਜ਼ ਹੋਈ ਸੀ। ਤੇ ਜਿਹੜਾ ਇਸ ਤੋਂ ਬਾਅਦ ਆਪਾਂ ਪਾਰਟ ਗੱਲ ਕਰੀ ਸੀ, ਪਾਰਟ 9ਵਾਂ B। ਠੀਕ ਆ, ਇਸ ਤੋਂ ਮੈਂ ਤੁਹਾਨੂੰ ਇੱਕ 2000 ਉਹਦੇ ਵਾਲਾ ਵੀ ਦੱਸਿਆ ਸੀ ਨਾ, 11 ਵਾਲਾ ਪਾਰਟ 9B। ਇਹ ਆਪਣੀ 97ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਹੋਈ ਸੀ 2011 ਦੇ ਵਿੱਚ। ਇਹ ਕਾਹਦੇ ਨਾਲ ਰਿਲੇਟਡ? ਆਪਣੀ ਕੋਆਪਰੇਟਿਵ ਸੁਸਾਇਟੀਜ਼, ਤਾਂ ਇਹਨਾਂ ਦੇ ਨਾਲ ਡੀਲ ਕਰਦੀ ਆ। ਤੇ ਇਹਦੇ ਆਰਟੀਕਲ ਇੰਪੋਰਟੈਂਟ ਆ, ਜਿੱਥੇ ਜਾ ਕੇ ਉਹ ਖਤਮ ਹੋ ਜਾਂਦੇ ਆ 243 ZH, ਉਹ ZG ਤੇ ਜਾ ਕੇ ਖਤਮ ਹੁੰਦੇ ਸੀ, ਤਾਂ ਇੱਥੋਂ ਲੈ ਕੇ 243 ZT ਤੱਕ ਇਹਦੇ ਆਰਟੀਕਲ ਅੱਗੇ ਚੱਲਦੇ ਨੇ। ਯਾਨੀ ਕਿ ਟੋਟਲ ਮਿਲਾ ਕੇ ਆਪਾਂ ਜੇ ਗੱਲ ਕਰੀਏ 13 ਆਰਟੀਕਲ ਨਾਲ ਇਹ ਡੀਲ ਕਰਦਾ। ਹੁਣ ਜੇ ਇਹਨਾਂ ਦਾ ਟੋਟਲ ਹਿਸਾਬ ਕਿਤਾਬ ਦੇਖਣਾ, ਰੂਰਲ ਦੇ ਲਈ ਕਿੰਨੇ ਨੇ? 16 ਆਰਟੀਕਲ ਨੇ, ਔਰ ਅਰਬਨ ਦੇ ਹੈਗੇ ਨੇ 18, ਔਰ ਇਹਨਾਂ ਦੇ ਹੈਗੇ ਨੇ 13। ਤਾਂ ਇਹਨਾਂ ਦਾ ਜੇ ਟੋਟਲ ਦੇਖੀਏ ਕੁੱਲ ਮਿਲਾ ਕੇ ਵੀ ਇਹ ਕਿੰਨੇ ਆਰਟੀਕਲ ਨੇ? 47 ਆਰਟੀਕਲ ਨੇ ਜਿਹੜੇ 243 ਦੇ ਵਿੱਚ ਅੱਗੇ ਸਭ ਬਣਦੇ ਆ। ਤਾਂ ਇਹ ਸੀ ਬੱਚੇ ਆਪਣਾ ਅੱਜ ਦਾ ਟੌਪਿਕ। ਨਾਲੇ ਤਾਂ ਤੁਹਾਡਾ ਪੰਚਾਇਤੀ ਰਾਜ ਕਲੀਅਰ ਕਰਵਾਉਣ ਦੀ ਆਪਾਂ ਕੋਸ਼ਿਸ਼ ਕੀਤੀ ਆ। ਉਹਦੇ ਵਿੱਚੋਂ ਕੁਛ ਕੁ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਹੋਰ ਬਣ ਸਕਦੇ ਆ, ਉਹ ਬੱਚੇ ਮੈਂ ਤੁਹਾਨੂੰ ਦੱਸ ਦਿੰਦਾ। ਤਾਂ ਇੰਨੇ ਟਾਈਪ ਤਾਂ ਕਰਨੇ ਔਖੇ ਹੋ ਜਾਂਦੇ ਆ ਬੱਚੇ, ਵੀ ਸਾਰੇ ਕੁਐਸਚਨ ਮੈਂ ਤੁਹਾਨੂੰ ਟਾਈਪ ਕਰਦਾ, ਕਿਉਂਕਿ ਕਰਵਾਉਣਾ ਵੀ ਹੁੰਦਾ ਤੁਹਾਨੂੰ। ਜਿਹੜੇ ਸਭ ਤੋਂ ਜ਼ਿਆਦਾ ਵਾਰੀ ਆਏ ਹੋਏ ਕੁਐਸਚਨ ਨੇ ਉਹਨਾਂ ਦੇ ਵਿੱਚ ਕੀ ਆ ਵੀ ਇੱਕ ਹੁੰਦਾ ਤੁਹਾਡਾ ਵੀ ਜਿਹੜਾ ਸਬਜੈਕਟ ਆ ਪੰਚਾਇਤੀ ਰਾਜ ਦਾ, ਉਹ ਕੀ ਆ? ਕੌਨਕਰੈਂਟ ਲਿਸਟ ਆ, ਯੂਨੀਅਨ ਲਿਸਟ ਆ, ਸਟੇਟ ਲਿਸਟ ਆ, ਜਾਂ ਫਿਰ ਰੈਜ਼ੀਡੂਅਲ ਲਿਸਟ ਆ। ਇਹਦੇ ਬਾਰੇ ਵੀ ਬੱਚੇ ਮੈਂ ਤੁਹਾਨੂੰ ਹੁਣ ਦੱਸ ਕੇ ਹੀ ਹਟਿਆ ਵੀ ਇਹਨਾਂ ਦੇ ਵਿੱਚੋਂ ਸਟੇਟ ਲਿਸਟ ਦੇ ਵਿੱਚ ਆਉਂਦਾ, ਤੇ ਸਟੇਟ ਲਿਸਟ ਦੇ ਵਿੱਚੋਂ ਵੀ ਇਹ ਕਿਹੜੀ ਐਂਟਰੀ ਦੇ ਵਿੱਚ ਆਉਂਦਾ? 5th ਐਂਟਰੀ। ਉਹਦੇ 'ਚ ਐਂਟਰੀਆਂ ਹੁੰਦੀਆਂ ਨੇ। ਠੀਕ ਆ, ਔਰ ਜਿਹੜੀਆਂ ਲਿਸਟਾਂ ਨੇ ਉਹ ਕਿਹੜੇ ਸ਼ਡਿਊਲ ਦੇ ਵਿੱਚ ਨੇ? ਦੇਖੋ, ਜਿਹੜੀਆਂ ਆਪਣੀਆਂ ਲਿਸਟਸ ਨੇ ਉਹ ਕਿਹੜੀ ਸ਼ਡਿਊਲ ਦੇ ਵਿੱਚ ਨੇ? 7th ਸ਼ਡਿਊਲ ਦੇ ਵਿੱਚ ਨੇ। ਕਿੰਨੀਆਂ ਲਿਸਟਾਂ ਨੇ? 3। ਪਹਿਲੀ ਕੇਂਦਰ ਦੀ ਹੁੰਦੀ ਆ, ਦੂਸਰੀ ਰਾਜ ਦੀ ਹੁੰਦੀ ਆ, ਤੀਸਰੀ ਇਹਨਾਂ ਦੋਨਾਂ ਦੀ ਸਾਂਝੀ ਹੁੰਦੀ ਆ। ਹੁਣ ਇਹ ਰਾਜ ਵਾਲੇ ਦੇ ਵਿੱਚ ਆਉਂਦਾ, ਇਹਦੇ 'ਚ ਐਂਟਰੀ ਕਿੰਨੀ ਆ? 5ਵੇਂ ਨੰਬਰ 'ਤੇ ਇਹ ਵਾਲਾ ਜਿਹੜਾ ਸਿਸਟਮ ਆ ਉਹ ਇਹਦੇ 'ਚ ਆਉਂਦਾ ਗਾ। ਤਾਂ ਇਹਦੇ ਕੋਲ ਇਹਦੀ ਪਾਵਰ ਹੁੰਦੀ ਆ। ਜਿਹੜੇ ਇਹਨਾਂ ਦੇ ਆਰਟੀਕਲ ਸੀਗੇ ਤਾਂ ਆਪਾਂ ਉਹ ਵੀ ਸਾਰੇ ਕਲੀਅਰ ਕਰ ਚੁੱਕੇ ਆ ਇਹਨਾਂ ਦੇ। ਠੀਕ ਆ, ਕਿਹੜੇ ਦੇ ਵਿੱਚ ਕੀ ਚੀਜ਼ ਆ, ਕਿਹੜੇ ਦੇ ਵਿੱਚ ਕੀ ਚੀਜ਼ ਆ। ਬਾਕੀ ਜਿਹੜੇ ਸਟੇਟਮੈਂਟ ਵਾਲੇ ਕੁਐਸਚਨ ਆ ਬੱਚੇ, ਉਹ ਕਾਫੀ ਵੱਡੇ ਕੁਐਸਚਨ ਨੇ, ਤਾਂ ਉਹ ਹੁਣ ਇੱਥੇ ਪੋਸੀਬਲ ਨਹੀਂ ਵੀ ਮੈਂ ਤੁਹਾਨੂੰ ਇੰਨੇ ਬੋਲ ਕੇ ਦੱਸਦਾ। ਜਿਵੇਂ ਕਿ ਇੱਕ ਕੁਐਸਚਨ ਆਇਆ ਹੋਇਆ, ਇਹ ਸਟੇਟਮੈਂਟ ਵਾਲਾ ਕੁਐਸਚਨ ਬਣਦਾ। ਚਲੋ ਮੈਂ ਇੱਕ ਕੁਐਸਚਨ ਤੁਹਾਨੂੰ ਟਾਈਪ ਕਰ ਦੇਣਾ। ਤਾਂ ਉੱਪਰ ਪੰਚਾਇਤੀ ਰਾਜ ਬਾਰੇ ਨੇ ਇਹ 3 ਸਟੇਟਮੈਂਟ ਆਈਆਂ ਹੋਈਆਂ ਨੇ ਇਹਦੇ 'ਚ। ਪਹਿਲੀ ਸਟੇਟਮੈਂਟ ਕੀ ਕਹਿੰਦੀ ਆ? ਲੋਕਲ ਲੈਵਲ ਸੈਲਫ ਗਵਰਨੈਂਸ
दूसरा 3 टायर गवर्नेंस विद बायो रिलेशंस, तीसरा डेमोक्रेटिक डी सेंट्रलाइजेशन। आ फैक्ट मैं ਤੁਹਾਨੂੰ ਹੁਣ ਦੱਸ ਕੇ ਹਟਿਆ ਸੀ ਪਹਿਲਾਂ ਹੁਣੇ। ਹਾਇਰਕੀ ਕੰਸਟਰਕਸ਼ਨ। ਓਕੇ, ਇਹਨਾਂ ਦੇ ਵਿੱਚੋਂ ਦੱਸਣਾ ਸੀ ਵੀ ਇਹਨਾਂ ਦੇ ਵਿੱਚੋਂ ਚੂਜ਼ ਦਾ ਕਰੈਕਟ ਆਨਸਰ ਬਾਈ ਯੂਜ਼ਿੰਗ ਗਿਵਨ। ਹੁਣ ਇਹਦੇ ਵਿੱਚੋਂ ਕਰੈਕਟ ਚੂਜ਼ ਕਰਨਾ। ਆਪਸ਼ਨਾਂ ਹੈਗੀਆਂ ਨੇ, ਏ ਦੇ ਵਿੱਚ ਨੇ 1 ਐਂਡ 2, ਬੀ ਦੇ ਵਿੱਚ ਹੈਗਾ 1 ਐਂਡ 3, ਸੀ ਦੇ ਵਿੱਚ ਹੈਗਾ 1 2 3, ਡੀ ਦੇ ਵਿੱਚ ਹੈਗਾ 2 3 ਐਂਡ 4। ਤਾਂ ਇਹਦਾ ਜਿਹੜਾ ਕਰੈਕਟ ਆਨਸਰ ਆ ਬੱਚੇ ਉਹ ਹੈਗਾ ਸੀ, ਪਹਿਲਾ ਦੂਸਰਾ ਤੀਸਰਾ। ਠੀਕ ਆ, ਕਿਉਂਕਿ ਦੇਖੋ ਡੀਸੈਂਟਰ ਆਪਾਂ ਕਿਹਾ ਸੀ ਵੀ ਡੈਮੋਕ੍ਰੈਟਿਕ ਡੀਸੈਂਟਰਲਾਈਜੇਸ਼ਨ ਹੋਣਾ ਚਾਹੀਦਾ, ਤਾਂ ਤੀਸਰਾ ਇਹਦੇ 'ਚ ਹੈ ਨਹੀਂ ਤਾਂ ਪੁਆਇੰਟ ਕੱਟਿਆ ਗਿਆ। ਦੂਸਰਾ ਲੋਕਲ ਲੈਵਲ ਸੈਲਫ ਗਵਰਨੈਂਸ ਹੋਣੀ ਚਾਹੀਦੀ ਹੈ, ਇਹਦੇ ਬਾਰੇ ਆਪਾਂ ਗੱਲ ਕਰੀ ਸੀ, ਤਾਂ ਇਹ ਬਿਲਕੁਲ ਫੈਕਟ ਸਹੀ ਆ। ਤਾਂ ਦੇਖੋ ਇਹਦੇ 'ਚ ਤਾਂ 1 ਵੀ ਹੈਗਾ 3 ਵੀ ਹੈਗਾ, ਦੂਸਰਾ ਆਪਾਂ ਨੂੰ ਪਤਾ ਨਹੀਂ ਹਜੇ, ਤਾਂ ਇਹਦੇ 'ਚ 1 ਨਹੀਂ ਹੈਗਾ ਕਿਉਂਕਿ 1 ਆਪਾਂ ਨੂੰ ਕਨਫਰਮ ਆ। ਤਾਂ ਆਹ 2 ਏ ਅਤੇ ਡੀ, ਆਹ 2 ਆਪਸ਼ਨਾਂ ਤਾਂ ਬਿਲਕੁਲ ਹੀ ਐਲੀਮੀਨੇਟ ਹੋ ਗਈਆਂ। ਆਹ ਵਾਲੀ 'ਚ 1 ਨਹੀਂ ਹੈਗਾ ਤਾਂ ਗਈ, ਇਹਦੇ 'ਚ 3 ਨਹੀਂ ਹੈਗਾ ਤਾਂ ਗਈ। ਹੁਣ 1 2 3 ਵਾਲਾ ਆ ਰਹਿ ਗਿਆ। ਹੁਣ ਆਪਣੇ ਕੋਲ ਕਨਫਿਊਜ਼ਨ ਆ 2 ਦੀ, ਤਾਂ ਆਪਣੇ 3 ਟਾਇਰ ਗਵਰਨਮੈਂਟ ਚੱਲਦੀ ਆ ਤਾਂ ਸਹੀ ਆ ਵੀ ਜਮਾ ਸਹੀ ਆ, ਤਾਂ ਇਹਦਾ ਸੀ ਆਪਸ਼ਨ ਬਿਲਕੁਲ ਕਰੈਕਟ ਆ। ਤਾਂ ਐਵੇਂ ਦੇ ਕੁਐਸਚਨ ਬਣਦੇ ਜਿਹੜੇ ਸਟੇਟਮੈਂਟ ਵਾਲੇ ਬਣਦੇ ਆ। ਤਾਂ ਇੱਕ ਗ੍ਰਾਮ ਸਭਾ ਦਾ ਮਤਲਬ ਕੀ ਹੁੰਦਾ? ਗ੍ਰਾਮ ਸਭਾ ਪਰਸਨ ਰਜਿਸਟਰਡ ਇਨ ਇਲੈਕਟੋਰਲ ਰੋਲਸ ਰਿਲੇਟਡ ਟੂ ਪੰਚਾਇਤ ਏਰੀਆ ਐਟ ਦਾ ਵਿਲੇਜ ਲੈਵਲ। ਓਕੇ, ਤਾਂ ਆਰਟੀਕਲ 40 ਕਿਹਦੇ ਵਿੱਚ ਆਉਂਦਾ? DPSP ਦੇ ਵਿੱਚ ਆਉਂਦਾ। ਤਾਂ ਇਵੇਂ ਦੇ ਕੁਐਸਚਨ ਨੇ ਜਿਹੜੇ ਇਹਦੇ 'ਚ ਆਉਂਦੇ ਆ। ਬਾਕੀ ਇੱਕ ਤੁਹਾਨੂੰ ਆਉਂਦਾ ਮੈਚ ਦੀ ਕਾਲਮ, ਇੱਧਰ ਤੁਹਾਨੂੰ ਲਿਸਟ 1 ਆਊਗੀ, ਇੱਧਰ ਲਿਸਟ 2 ਆ ਜੂਗੀ। ਜੇ ਤਾਂ ਤੁਹਾਨੂੰ ਕਾਫੀ ਉਹਨਾਂ ਨੇ ਮਤਲਬ ਕਿ ਉਲਝਾਉਣ ਵਾਲਾ ਕੁਐਸਚਨ ਪਾਇਆ ਤਾਂ ਇੱਥੇ ਤੁਹਾਨੂੰ ਰੱਖ ਦੇਣਗੇ ਕਮੇਟੀ, ਇੱਧਰ ਉਹਨਾਂ ਦੇ ਪਾ ਦੇਣਗੇ ਸਿਫਾਰਸ਼ ਕੀ ਸੀ ਜਾਂ ਰਿਕਮੈਂਡੇਸ਼ਨ ਉਹਨਾਂ ਦੀਆਂ ਕੀ ਨੇ। ਓਕੇ, ਜਿਵੇਂ ਪਹਿਲਾਂ ਇੱਧਰ ਏ ਰੱਖਦੀ ਬਲਵੰਤ ਰਾਏ, ਦੂਸਰਾ ਅਸ਼ੋਕ ਮਹਿਤਾ ਐਂਡ ਇਸ ਤੋਂ ਬਾਅਦ LM ਸਿੰਘਵੀ ਐਂਡ GBK ਰਾਓ। ਔਰ ਇੱਧਰਲੇ ਪਾਸੇ ਰੱਖਦਾ ਤੁਹਾਨੂੰ 1 2 3 ਐਂਡ 4। ਤਾਂ ਇਹਦੇ 'ਚ ਪਹਿਲੇ 'ਚ ਇਹਨਾਂ ਨੇ ਕਹਿਤਾ ਵੀ 2 ਟਾਇਰ ਸਿਸਟਮ ਆ, ਦੂਸਰੇ ਦੇ ਵਿੱਚ 3 ਟਾਇਰ ਸਿਸਟਮ ਆ, ਔਰ ਇਹਦੇ ਵਿੱਚ ਇੰਪਰੂਵਮੈਂਟ ਇਨ ਰੀਪ੍ਰਜੈਂਟੇਸ਼ਨ ਕਰੈਕਟਰ। ਤਾਂ ਇਹਦੇ 'ਚ ਇਹਨਾਂ ਨੇ ਰੱਖਤਾ ਇੰਪਰੂਵਮੈਂਟ, ਬੱਚੇ ਸੁਣ ਲਓ ਵੈਸੇ ਇੱਥੇ ਲਿਖਣਾ ਪਊ ਮੈਨੂੰ ਇਹਨਾਂ, ਇੰਪਰੂਵਮੈਂਟ ਇਨ ਰੀਪ੍ਰਜੈਂਟੇਟਿਵ ਕਰੈਕਟਰ। ਔਰ ਜਿਹੜਾ ਚੌਥਾ ਹੈਗਾ, ਚੌਥੇ ਦੇ ਵਿੱਚ ਹੈਗਾ ਲੋਕਲ ਸੈਲਫ ਗਵਰਨਮੈਂਟ ਸਿਸਟਮ। ਹੁਣ ਦੇਖੋ ਇਹਨਾਂ ਨੇ ਇਹਨਾਂ ਦੇ ਵਿੱਚ ਪੁੱਛਿਆ ਵੀ ਮਤਲਬ ਕਿ ਕਿਹੜਾ ਕਿਹਦੇ ਨਾਲ ਮੈਚ ਕਰਦਾ। ਇਹਦੀਆਂ ਤਾਂ ਨੀਚੇ ਆਪਸ਼ਨਾਂ ਹੁੰਦੀਆਂ ਨੇ ਵੀ ਮਤਲਬ ਇਹਨਾਂ ਦੇ ਵਿੱਚੋਂ ਕਿਹੜਾ ਕਿਹਦੇ ਨਾਲ ਮੈਚ ਕਰਦਾ। ਤਾਂ ਹੁਣ ਇੰਨਾ ਬੱਚੇ ਆਪਣੇ ਕੋਲ ਨਹੀਂ ਹੈਗਾ ਟਾਈਮ, ਤਾਂ ਹੁਣ ਇਹਦੇ 'ਚੋਂ ਆਪਾਂ ਦੇਖਦੇ ਹਾਂ ਵੀ ਜਿਹੜਾ ਇਹ ਆ ਬਲਵੰਤ ਰਾਏ ਨੇ ਕਿੰਨੇ ਟਾਇਰ ਸਿਸਟਮ ਕਿਹਾ ਸੀ? ਤਾਂ ਆਪਾਂ ਨੂੰ ਪਤਾ ਵੀ ਇਹਨੇ ਕਿਹਾ ਸੀ 3 ਟਾਇਰ ਸਿਸਟਮ। ਤਾਂ ਇਹਦਾ ਸਾਨੂੰ ਕਲੀਅਰ ਹੋ ਗਿਆ ਵੀ ਬਲਵੰਤ ਰਾਏ ਤਾਂ ਇਹਦੇ ਨਾਲ ਆ ਗਿਆ, ਆ ਤਾਂ ਨਿਬੜ ਗਏ। ਹੁਣ ਆਪਾਂ ਗੱਲ ਕਰੀ ਵੀ ਇਸ ਤੋਂ ਬਾਅਦ ਕਿਹੜੀ ਆਈ? ਅਸ਼ੋਕ ਮਹਿਤਾ ਨੇ ਆ ਕੇ ਮਤਲਬ ਕਿ 2 ਟਾਇਰ 'ਤੇ ਖੜਾਤਾ ਸੀ ਕੰਮ, ਤਾਂ ਇਹ 2 ਟਾਇਰ 'ਤੇ ਆ ਗਏ। ਠੀਕ ਆ, ਤਾਂ ਇਸ ਤੋਂ ਬਾਅਦ LM ਸਿੰਘਵੀ ਤੇ ਰਹਿ ਗਈਆਂ GBK ਰਾਓ। ਤਾਂ ਹੁਣ ਇਹਨਾਂ ਦੀ ਗੱਲ ਕਰੀਏ, LM ਸਿੰਘਵੀ ਨੇ ਕਿਹਾ ਵੀ ਲੋਕਲ ਲੈਵਲ 'ਤੇ ਸੈਲਫ ਗਵਰਨਮੈਂਟ ਆ ਜਿਹੜੀ ਇਹ ਹੋਣੀ ਚਾਹੀਦੀ ਆ ਕੌਂਸਟੀਟਿਊਸ਼ਨ ਵਾਲਾ। ਅਤੇ ਫਿਰ ਇਸ ਤੋਂ ਬਾਅਦ GBK ਰਾਓ ਇਹ ਆ ਗਏ D, ਅਤੇ ਇਹਨਾਂ ਦਾ ਆ ਗਿਆ ਤੀਸਰਾ। ਤਾਂ ਐਵੇਂ ਦੇ ਕੁਐਸਚਨ ਨੇ ਜਿਹੜੇ ਤੁਹਾਨੂੰ ਅਕਸਰ ਫਰੇਮ ਹੋਣਗੇ ਬੱਚੇ, ਤਾਂ ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਜਾਂ ਫਿਰ ਤੁਹਾਨੂੰ ਆ ਸਕਦਾ ਵੀ ਇਹ ਕਮੇਟੀਆਂ ਦੇਤੀਆਂ ਤੁਹਾਨੂੰ, ਰਾਓ ਕਮੇਟੀ, LM ਸਿੰਘਵੀ ਕਮੇਟੀ, BR ਮਹਿਤਾ ਕਮੇਟੀ, ਅਸ਼ੋਕ ਮਹਿਤਾ ਕਮੇਟੀ। ਠੀਕ ਆ, ਮਤਲਬ ਕਿ ਉਗੜੀਆਂ ਦੁਗੜੀਆਂ ਦੇ ਅਕੋਰਡਿੰਗਲੀ ਆ ਗਿਆ ਤੁਹਾਨੂੰ। ਇਹ ਵੀ ਵੈਸੇ ਨੀਚੇ ਵਾਲੀਆਂ 2 ਉਲਟ ਫੁਲਟਾ ਪਹਿਲੀਆਂ ਤਾਂ ਸੀਰੀਜ਼ ਦੇ ਨਾਲ ਹੀ ਚੱਲਦੀਆਂ ਨੇ, ਤਾਂ ਤੁਹਾਨੂੰ ਉਹਦੇ 'ਚ ਆ ਗਿਆ। ਉਹਦੇ 'ਚ ਤੁਹਾਨੂੰ ਕਹਿਤਾ ਵੀ ਇਹਨਾਂ ਨੂੰ ਇਹਨਾਂ ਦੇ ਟਾਈਮ ਪੀਰੀਅਡ ਦੇ ਅਕੋਰਡਿੰਗ ਲਿਖੋ, ਅਸੈਂਡਿੰਗ ਡਿਸੈਂਡਿੰਗ ਆਰਡਰ ਦੇ ਵਿੱਚ ਲਾਓ। ਤਾਂ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਵੀ ਬੈਗਸ ਦੇ ਨਾਲ ਤੁਸੀਂ ਆਹ ਗੱਲ ਯਾਦ ਰੱਖਿਓ, ਬੈਗਸ ਇਸ ਤੋਂ ਬਾਅਦ ਕਿੰਨਾ ਸੀ 20 ਅਤੇ 81, ਅਤੇ ਪਹਿਲੀ ਬਣੀ ਸੀ ਬਲਵੰਤ ਰਾਏ 1957 ਦੇ ਵਿੱਚ। ਇਹ 'ਚ 20 ਜੋੜ ਦਿਓ, ਜਿੰਨਾ ਆਜੂ ਉਹ 'ਚ 8 ਜੋੜ ਦਿਓ, ਫਿਰ 1 ਜੋੜ ਦਿਓ। ਇਹ ਤੁਹਾਡੀਆਂ ਕਮੇਟੀਆਂ ਨੇ ਜਿਹੜੀਆਂ, ਐਵੇਂ ਤੁਹਾਡਾ ਕਲੀਅਰ ਹੋ ਜਾਊਗਾ। ਤਾਂ ਬੱਚੇ ਇਹ ਅੱਜ ਦਾ ਆਪਣਾ ਟੌਪਿਕ ਸੀ। ਉਮੀਦ ਕਰਦਾ ਵੀ ਤੁਹਾਨੂੰ ਜਮਾ ਕ੍ਰਿਸਟਲ ਕਲੀਅਰ ਹੋ ਗਿਆ ਹੋਊਗਾ। ਦੇਖੋ ਬੱਚੇ ਸਾਰਾ ਮੈਂ ਡਿਟੇਲ 'ਚ ਨਹੀਂ ਕਰਵਾਇਆ, ਪਰ ਛੱਡਿਆ ਵੀ ਤੁਹਾਨੂੰ ਕੁਛ ਨਹੀਂ। ਠੀਕ ਆ, ਬੇਸ਼ੱਕ ਆਪਾਂ ਟਾਈਪ ਕਰਕੇ ਤੁਹਾਨੂੰ ਨਹੀਂ ਕਰਵਾਇਆ, ਪਰ ਇਹੋ ਜਿਹਾ ਕੋਈ ਫੈਕਟ ਹੈ ਨਹੀਂ ਜਿਹਨੂੰ ਆਪਾਂ ਟੱਚ ਨਾ ਕਰਿਆ ਹੋਵੇ। ਚਾਹੇ ਕੋਈ ਕਮੇਟੀ ਸੀ, ਚਾਹੇ ਕੋਈ ਉਹਦੇ ਸਿਫਾਰਸ਼ ਸੀ, ਚਾਹੇ ਉਹਦੇ ਆਰਟੀਕਲ ਸੀ,
ਜਿਹੜੀ ਵੀ ਰਿਕਮੈਂਡੇਸ਼ਨ ਆ ਕੋਈ ਉਹਦਾ ਬੇਸ ਆ, ਹਿਸਟਰੀ ਆ, ਈਵਨ ਆਪਾਂ ਜਿਹੜਾ ਬ੍ਰਿਟਿਸ਼ ਟਾਈਮ ਤੇ ਇਹਦੇ ਵਿੱਚ ਕੀ ਨਗਰ ਬਣਿਆ, ਕਿੱਥੇ ਕੁਝ ਹੋਇਆ, ਤਾਂ ਉਹ ਵੀ ਫੈਕਟ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ। ਉਮੀਦ ਕਰਦਾ ਵੀ ਤੁਹਾਨੂੰ ਸਭ ਟੌਪਿਕ ਬਿਲਕੁਲ ਕ੍ਰਿਸਟਲ ਕਲੀਅਰ ਹੋ ਗਿਆ ਹੋਊਗਾ। ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਔਰ ਕੰਟੈਂਟ ਪਸੰਦ ਆਇਆ, ਵੀਡੀਓ ਚੰਗੀ ਲੱਗੀ, ਦੈਨ ਹਿੱਟ ਦਾ ਲਾਈਕ ਬਟਨ ਐਂਡ ਡੋਂਟ ਫੋਰਗੇਟ ਸਬਸਕ੍ਰਾਈਬ ਆਵਰ ਚੈਨਲ। ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਅੱਗੇ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਸ਼ੇਅਰ ਕਰਨਾ ਤਾਂ ਜੋ ਸਾਨੂੰ ਵੀ ਮੋਟੀਵੇਸ਼ਨ ਮਿਲੇ ਬੱਚੇ। ਔਰ ਕਮੈਂਟ ਕਰਕੇ ਫੀਡਬੈਕ ਆਪਣਾ ਜ਼ਰੂਰ ਦਿਆ ਕਰੋ। ਜਿਹੜਾ ਕੁਐਸਚਨ ਤੁਹਾਨੂੰ ਪੁੱਟ ਕੀਤਾ ਜਾਂਦਾ ਉਹ ਵੀ ਤੁਸੀਂ ਜ਼ਰੂਰ ਆਨਸਰ ਰਿਸਰਚ ਕਰਕੇ ਉਹਦੇ ਤੇ ਲਿਖਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਜੋ ਬਾਕੀ ਬੱਚਿਆਂ ਨੂੰ ਵੀ ਮੋਟੀਵੇਸ਼ਨ ਮਿਲੇ ਜਿਹੜੇ ਚੈਨਲ ਦੇ ਉੱਤੇ ਨਵੇਂ ਜੁੜਦੇ ਆ ਬੱਚੇ, ਕਿਉਂਕਿ ਆਪਣਾ ਪਲੇਟਫਾਰਮ ਨਵਾਂ ਹਜੇ, ਬਾਕੀਆਂ ਨੂੰ ਇਹ ਲੱਗਦਾ ਰਹਿੰਦਾ ਵੀ ਹਜੇ ਵਿਊ ਘੱਟ ਨੇ ਜਾਂ ਫਿਰ ਆਪਣੇ ਸਬਸਕ੍ਰਾਈਬਰ ਹਜੇ ਘੱਟ ਨੇ, ਤਾਂ ਕਰਕੇ ਵੈਸੇ ਤੁਹਾਡੇ ਆਪਣਾ 4-5 ਮਹੀਨਿਆਂ ਦੇ ਵਿੱਚ ਆਪਣਾ 700 ਦੇ ਕਰੀਬ ਸਬਸਕ੍ਰਾਈਬਰ ਹੋਣ ਵਾਲੇ ਆ ਬੱਚੇ। 600 ਆਈ ਥਿੰਕ 650 ਕ੍ਰੋਸ ਕਰ ਗਏ ਨੇ, ਤਾਂ ਤੁਸੀਂ ਜਲਦ ਤੋਂ ਜਲਦ ਆਪਣੇ ਸਬਸਕ੍ਰਾਈਬਰ ਨੇ ਜਿਹੜੇ ਉਹ ਵੀ ਪੂਰੇ ਕਰਵਾਓ। ਤਾਂ ਇਹ ਤੁਹਾਡਾ ਬਹੁਤ ਸਾਰਾ ਪਿਆਰ ਮਿਲ ਰਿਹਾ, ਤਾਂ ਕਰਕੇ ਆਪਾਂ ਵੀਡੀਓ ਦੇ ਵਿੱਚ ਕੰਟੈਂਟ ਤੁਹਾਨੂੰ ਭਰ ਕੇ ਦੇਈਦਾ ਪੂਰਾ, ਜਿਹੜਾ ਤੁਹਾਡੇ ਪੇਪਰ ਦੇ ਵਿੱਚ ਕੰਮ ਆਵੇ। ਨਹੀਂ ਇੱਧਰ ਉੱਧਰ ਦਾ ਫੋਡਰ ਮਟੀਰੀਅਲ ਤੁਹਾਨੂੰ ਕਿੰਨਾ ਮਰਜ਼ੀ ਪ੍ਰੋਵਾਈਡ ਕਰਵਾਇਆ ਜਾ ਸਕਦਾ। ਬਹੁਤ ਸਾਰੇ ਚੈਨਲ ਨੇ ਜਿਨ੍ਹਾਂ ਦੇ ਉੱਤੇ ਇਹ ਚੀਜ਼ਾਂ ਜਾਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ, ਬਟ ਆਪਣਾ ਸਿਰਫ ਟੂ ਦਾ ਪੁਆਇੰਟ ਤੱਕ ਕੰਮ ਹੁੰਦਾ ਬੱਚੇ, ਵੀ ਤੁਹਾਡਾ ਟਾਈਮ ਵੇਸਟ ਨਾ ਹੋਵੇ ਔਰ ਤੁਹਾਨੂੰ ਪੂਰਾ ਕੰਟੈਂਟ ਚੋਟੀ ਦਾ ਪ੍ਰੋਵਾਈਡ ਕਰਵਾਇਆ ਜਾਵੇ, ਜਿਹੜਾ ਤੁਹਾਨੂੰ ਪੇਪਰ ਦੇ ਵਿੱਚ ਦੱਸੇ ਵੀ ਹਾਂ ਤੁਹਾਡੇ ਦਿਮਾਗ ਦੇ ਵਿੱਚ ਇਸ ਦੇ ਬਾਰੇ ਕੋਈ ਚੀਜ਼ ਪਈ ਆ ਔਰ ਤੁਸੀਂ ਇਹਦੇ ਬਾਰੇ ਆਹ ਚੀਜ਼ ਪੜ੍ਹੀ ਹੋਈ ਆ। ਤਾਂ ਬੱਚੇ ਜਿਹੜੇ ਨਵੇਂ ਨੇ ਤਾਂ ਤੁਸੀਂ ਪਲੀਜ਼ ਆਪਣਾ ਕਮੈਂਟ ਕਰਕੇ ਫੀਡਬੈਕ, ਔਰ ਜਿਹੜੇ ਪੁਰਾਣੇ ਨੇ ਉਹ ਵੀ ਬੱਚੇ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ, ਤਾਂ ਜੋ ਜਿਹੜਾ ਕਮੈਂਟ ਦੇਖਦਾ ਤਾਂ ਉਹਨੂੰ ਇੱਕ ਪਤਾ ਲੱਗੇ ਵੀ ਹਾਂ, ਚਾਹੇ ਦੇਖੋ ਤੁਸੀਂ ਕ੍ਰਿਟਿਸਾਈਜ਼ ਕਰਨਾ ਤੁਸੀਂ ਉਹ ਵੀ ਕਰ ਸਕਦੇ ਹੋ ਬੱਚੇ। ਦੇਖੋ ਕੋਈ ਵੀ ਆ ਤਾਂ ਤੁਸੀਂ ਕਿਸੇ ਦੇ ਲਈ ਤਾਂ ਉਹ ਸੇਧ ਦਵੋਗੇ ਨਾ ਵੀ ਚੈਨਲ ਦੇਖੋ ਨਾ ਦੇਖੋ, ਤਾਂ ਉਹਨਾਂ ਨੂੰ ਪਤਾ ਤਾਂ ਲੱਗੇ ਵੀ ਕਮ ਸੇ ਕਮ ਕੀ ਕਰਵਾਇਆ ਜਾ ਰਿਹਾ, ਤਾਂ ਤੁਸੀਂ ਉਹ ਵੀ ਜ਼ਰੂਰ ਕਰਨਾ ਬੱਚੇ। ਉਹਦੇ ਲਈ ਵੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹੋਵਾਂਗੇ, ਚਾਹੇ ਤੁਸੀਂ ਕ੍ਰਿਟਿਸਾਈਜ਼ ਕਰੋ ਚਾਹੇ ਐਪਰੀਸ਼ੀਏਟ ਕਰੋ, ਜਿਹੜਾ ਕੁਝ ਵੀ ਕਰਨਾ ਉਹ ਤੁਹਾਡੀ ਇੱਛਾ ਹੈਗੀ ਤਾਂ ਉਹ ਸਾਨੂੰ ਕਬੂਲ ਆ। ਔਰ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ, ਔਰ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਪਹਿਲਾਂ ਵਾਲੀ ਵੀਡੀਓ ਦਾ ਵੀ ਪ੍ਰੋਵਾਈਡ ਕਰਵਾਇਆ ਜਾਊਗਾ, ਉਹਨੂੰ ਵੀ ਤੁਸੀਂ ਦੇਖਿਓ। ਔਰ ਵੈਸੇ ਤਾਂ ਤੁਹਾਨੂੰ ਇਹ ਤੋਂ ਹੀ ਸਮਝ ਲੱਗ ਗਿਆ ਹੋਣਾ, ਕਲੀਅਰ ਹੋ ਗਿਆ ਹੋਊਗਾ, ਨਹੀਂ ਤੁਸੀਂ ਉਹ ਵੀਡੀਓ ਨੂੰ ਵੀ ਦੇਖ ਸਕਦੇ ਹੋ, ਤਾਂ ਉਹ ਵੀਡੀਓ ਦੇਖਣੀ ਆ। ਬਾਕੀ ਟੈਲੀਗ੍ਰਾਮ ਦੇ ਉੱਪਰ ਤੁਹਾਨੂੰ ਇਹਦਾ ਲਿੰਕ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਜਾਊਗਾ, ਉਹਨੂੰ ਵੀ ਤੁਸੀਂ ਜ਼ਰੂਰ ਜੁਆਇਨ ਕਰਿਓ। ਉਹਦੇ 'ਤੇ ਤੁਹਾਨੂੰ ਕੁਇਜ਼ ਵਗੈਰਾ ਸੈਂਡ ਕੀਤੇ ਜਾਂਦੇ ਆ ਬੱਚੇ, ਉਹਦੇ ਨਾਲ ਵੀ ਜੁੜਨਾ। ਵੀਡੀਓ ਦੇਖਣ ਲਈ ਸਭ ਦਾ ਥੈਂਕ ਯੂ।